ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪੰਜਵਾ। ਥਿਰ ਘਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਘਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਅੰਮ੍ਰਿਤ ਨਾਮਾ ਮਹਾ ਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ। ਸਾਧ ਸੰਗਤ ਮਿਲ ਕੀਨੋ ਦਾਨ। ਸ਼ਰਨ ਪਰੇ ਪ੍ਰਭ ਅੰਤਰਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਸ਼ਰਨ ਪਰੇ ਪ੍ਰਭ ਅੰਤਰਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਗੁਨਾਹ ਦੇ ਖਜ਼ਾਨੇ ਮਨਮੁਖ ਤੋਂ ਗੁਰਮਤਿ ਬਿਰਤੀ ਬਣਾਉਣ ਵਾਲੇ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਿੱਕੀ ਗੋਦ ਦਾ ਆਨੰਦ ਮਾਣ ਰਹੇ ਪਿਆਰੇ ਸਤਸੰਗੀ ਜਣੋ। ਆਪਾਂ ਰੋਜ਼ਾਨਾ ਹੀ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ ਤੇ ਰੋਜ਼ਾਨਾ ਹੀ ਗੁਰੂ ਸਾਹਿਬ ਸਾਨੂੰ ਵੱਖਰਾ ਵੱਖਰਾ ਸਮਝਾਉਣ ਦਾ ਅਲੱਗ ਅਲੱਗ ਤਰੀਕਿਆਂ ਨਾਲ ਸਮਝਾਉਣ ਦਾ ਯਤਨ ਕਰ ਰਹੇ ਨੇ। ਬੰਦਿਆ ਸਮਝ ਜਾ, ਸਿਆਣਾ ਬਣ ਜਾ, ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਨੂੰ ਯਾਦ ਕਰਿਆ ਕਰ, ਗਲਤ ਕੰਮ ਨਾ ਕਰਿਆ ਕਰ, ਸਹੀ ਕੰਮ ਕਰਿਆ ਕਰ। ਗੁਰਬਾਣੀ ਵਾਰ-ਵਾਰ ਸਾਨੂੰ ਪ੍ਰੇਰਿਤ ਕਰਦੀ ਹੈ, ਸਾਨੂੰ ਚੰਗੇ ਪਾਸੇ ਲਾਉਣ ਦਾ ਹੈ।
ਯਤਨ ਕਰਦੀ ਹੈ। ਕਿਉਂਕਿ ਗੁਰਬਾਣੀ ਸਾਡੇ ਭਲੇ ਵਾਸਤੇ ਹੈ। ਤੇ ਜੇਕਰ ਗੁਰਬਾਣੀ ਸਾਡੇ ਭਲੇ ਵਾਸਤੇ ਹੈ ਤੇ ਜਿਹੜਾ ਸਾਨੂੰ ਗੁਰਬਾਣੀ ਦੀ ਗੱਲ ਸਮਝਾ ਰਿਹਾ ਹੈ, ਦੱਸ ਰਿਹਾ ਹੈ ਵੀ ਗੁਰਬਾਣੀ ਇਹ ਕਹਿੰਦੀ ਏ ਆਹ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ। ਤੇ ਜੇ ਗੁਰਬਾਣੀ ਸਾਡਾ ਭਲਾ ਕਰਦੀ ਏ ਤੇ ਜੇ ਕੋਈ ਕਥਾਵਾਚਕ ਪ੍ਰਚਾਰਕ ਸਾਨੂੰ ਮਾੜੇ ਕੰਮਾਂ ਤੋਂ ਰੋਕ ਕੇ ਚੰਗੇ ਬੰਨੇ ਗੁਰਬਾਣੀ ਦੀਆਂ ਉਦਾਹਰਨਾਂ ਗੁਰਬਾਣੀ ਰਾਹੀਂ ਸਮਝਾ ਕੇ ਗੁਰਬਾਣੀ ਦੇ ਪ੍ਰਮਾਣਾਂ ਦੇ ਨਾਲ ਸਮਝਾ ਕੇ ਸਾਨੂੰ ਚੰਗੇ ਬੰਨੇ ਲਾ ਰਿਹਾ ਤੇ ਸਾਡਾ ਭਲਾ ਹੀ ਕਰ ਰਿਹਾ। ਕਈ ਵਾਰੀ ਹੋ ਜਾਂਦਾ ਨਾ ਕਿ ਪ੍ਰਚਾਰਕ ਤਾਂ ਇੱਦਾਂ ਕਹਿੰਦੇ ਆ, ਇੱਦਾਂ ਬੋਲਦੇ ਆ ਵੀ ਗੁਰਬਾਣੀ 'ਚ ਆਹ ਲਿਖਿਆ। ਹਾਂਜੀ ਲਿਖਿਆ, ਤੇ ਪ੍ਰਚਾਰਕ ਦਾ ਵੀ ਫਰਜ਼ ਹੈਗਾ ਹੈ ਕਿ ਉਹ ਆਪਣੀ ਬਣਦੀ ਡਿਊਟੀ ਨਿਭਾਏ। ਜੋ ਗੁਰਬਾਣੀ 'ਚ ਲਿਖਿਆ ਹੈ ਸੱਚ, ਜੋ ਭਲੇ ਦੀ ਗੱਲ ਲਿਖੀ ਹੋਈ ਹੈ, ਜੋ ਮਨੁੱਖਾ ਜੀਵਨ ਨੂੰ ਸੁਧਾਰਨ ਵਾਸਤੇ ਜੋ ਲਿਖਿਆ ਹੋਇਆ ਹੈ, ਜੋ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਜੀਵਨ ਜਾਚ ਸਿਖਾਈ ਹੈਗੀ ਏ, ਤੇ ਸਾਡਾ ਫਰਜ਼ ਜੇ ਪ੍ਰਚਾਰਕ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਪ੍ਰਚਾਰਕ ਆਪਣਾ ਰੋਲ ਨਿਭਾ ਰਿਹਾ ਹੈ ਤੇ ਅਸੀਂ ਵੀ ਆਪਣਾ ਰੋਲ ਹੈ ਜਿਹੜਾ ਉਹ ਅਦਾ ਕਰੀਏ, ਫਰਜ਼ ਨੂੰ ਨਿਭਾਈਏ, ਤੇ ਸਾਰਾ ਸਾਨੂੰ ਫਿਰ ਆਨੰਦਮਈ ਜੀਵਨ ਬਣ ਜਾਏਗਾ। ਸਾਨੂੰ ਫਿਰ ਕਿਸੇ ਤੇ ਗਿਲਾ ਸ਼ਿਕਵਾ ਰਹਿਣਾ ਹੀ ਨਹੀਂ। ਸੋ ਆਓ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਸ਼ਬਦ ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਮੁਖ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 201 ਤੇ ਸੁਭਾਇਮਾਨ ਹੈ। ਤੇ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ ਵੀ ਅਸੀਂ ਸ਼ਬਦ ਦੀ ਵਿਚਾਰ ਕਰਨੀ ਹੈ ਤੇ ਅਸੀਂ ਰਹਾਓ ਵਾਲੇ ਬੰਦ ਤੋਂ ਜਿਹੜੀ ਉਹ ਵਿਚਾਰ ਨੂੰ ਆਰੰਭ ਕਰਨਾ ਹੈ, ਤਾਂ ਕਿ ਸਾਨੂੰ ਪਤਾ ਲੱਗ ਜੇ। ਰਹਾਓ ਵਾਲਾ ਬੰਦ ਜਿਹੜਾ ਉਹ ਸ਼ਬਦ ਦਾ ਸੈਂਟਰ ਆਈਡੀਆ ਹੁੰਦਾ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਕਰ ਰਹੇ ਹਨ ਜਾਂ ਕੀ ਸਮਝਾਉਂਦੇ ਹਨ। ਅੱਜ ਦੇ ਰਹਾਓ ਵਾਲੇ ਬੰਦ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਮਝਾਉਣਾ ਕਰ ਰਹੇ ਹਨ। ਥਿਰ ਘਰ ਬੈਸੋ ਹਰ ਜਨ ਪਿਆਰੇ। ਕਹਿੰਦੇ ਥਿਰ ਦਾ ਮਤਲਬ ਅਡੋਲ ਚਿੱਤ, ਨਾ ਡਰਨਾ, ਡਰ ਦੂਰ ਹੋ ਜੇ, ਜਾਂ ਪਰਪੱਕਤਾ ਸ਼ਰਧਾ ਦੇ ਨਾਲ। ਥਿਰ ਘਰ ਬੈਸੋ ਹਰ ਜਨ ਪਿਆਰੇ। ਹੀ ਪਿਆਰੇ ਭਗਤ ਜਨੋ, ਆਪਣੇ ਹਿਰਦੇ ਵਿੱਚ ਇਹ ਪੂਰੀ ਸ਼ਰਧਾ ਬਣਾਓ, ਸਤਿਗੁਰ ਤੁਮਰੇ ਕਾਜ ਸਵਾਰੇ। ਕਿ ਸਤਿਗੁਰ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ, ਪਰ ਜੇ ਸਤਿਗੁਰ ਨੇ ਸਾਡੇ ਸਾਰੇ ਕਾਜ ਸਵਾਰ ਦਿੱਤੇ ਨੇ ਤਾਂ ਸਾਨੂੰ ਵੀ ਚਾਹੀਦਾ ਕਿ ਅਸੀਂ ਗੁਰੂ ਦੀ ਗੱਲ ਮੰਨੀਏ, ਗੁਰਬਾਣੀ ਦੇ ਅਕੋਰਡਿੰਗ ਚੱਲੀਏ। ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਵੀ ਉਹ ਆਪਣੇ ਭਗਤਾਂ ਦੇ ਕਾਰਜ ਦੇ ਵਿੱਚ ਆਪ ਖਲੋਂਦਾ ਆ ਕੇ, ਆਪ ਕਰਦਾ। ਹਰ ਕੰਮ ਕਰਾਵਣ ਆਇਆ ਰਾਮ, ਵੀ ਉਹ ਕੰਮ ਕਰਦਾ ਨਾਲ, ਮਤਲਬ ਕੰਮ ਕਰਾਉਂਦਾ ਆ ਕੇ। ਉਹਨਾਂ ਭਗਤਾਂ ਦੇ ਜਨ ਦੇ ਭਗਤ ਜਨ ਦੇ ਪਰਮਾਤਮਾ ਨੇੜੇ ਹੋ ਜਾਂਦਾ ਹੈ।
ਵੈਸੇ ਪਰਮਾਤਮਾ ਤੇ ਸਾਡੇ ਸਾਰਿਆਂ ਦੇ ਹੀ ਨੇੜੇ ਵੇ। ਪਰਮਾਤਮਾ ਤੇ ਸਾਡੇ ਸਾਰਿਆਂ ਦੇ ਨਾਲ ਏ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰਮਾਤਮਾ ਤੋਂ ਬਿਨਾ ਕੁਝ ਹੈ ਹੀ ਨਹੀਂ। ਸਾਰੀ ਜਗ੍ਹਾ ਪਰਮਾਤਮਾ, ਹਰੇਕ ਜਗ੍ਹਾ ਅਕਾਲ ਪੁਰਖ ਵਸ ਰਿਹਾ ਤੇ ਅਸੀਂ ਉਸ ਨੂੰ ਧਿਆਉਣਾ ਵੀ ਕਰੀਏ। ਸੋ ਗੁਰੂ ਅਰਜਨ ਸਾਹਿਬ ਜੀ ਬੇਨਤੀ ਕਰ ਰਹੇ, ਕਹਿੰਦੇ ਥਿਰ ਕਰ ਬੈ ਸੋ ਹਰਿ ਜਨ ਪਿਆਰੇ। ਬਖਸ਼ਿਸ਼ ਕਰ ਰਹੇ ਨੇ ਵੀ ਹੇ ਪਿਆਰੇ ਭਗਤ ਜਨ, ਆਪਣੇ ਹਿਰਦੇ ਵਿੱਚ ਪੂਰੀ ਸ਼ਰਧਾ ਬਣਾਓ, ਉਸ ਪਰਮਾਤਮਾ ਨੂੰ ਸਿਮਰਿਆ ਕਰੋ, ਯਾਦ ਕਰਿਆ ਕਰੋ। ਹੁਣ ਗੱਲ ਇਹ ਤੇ ਸ਼ਰਧਾ ਦੀ ਆ ਗਈ ਕਿ ਇੱਕ ਪਰਮਾਤਮਾ ਤੇ ਸ਼ਰਧਾ ਬਣਾਉਣੀ ਚਾਹੀਦੀ ਹੈ, ਇੱਕ ਪਰਮਾਤਮਾ ਨੂੰ ਮੰਨਣਾ ਚਾਹੀਦਾ ਹੈ। ਤੇ ਕਈ ਵਾਰੀ ਬੰਦਾ ਪਰਮਾਤਮਾ ਤੋਂ ਬਗੈਰ, ਗੁਰੂ ਤੋਂ ਬਗੈਰ ਕਈ ਹੋਰ ਥਾਵਾਂ ਤੇ ਜਿਹੜੀ ਉਹ ਸ਼ਰਧਾ ਬਣਾ ਲੈਂਦਾ ਹੈ। ਗੁਰਬਾਣੀ 'ਚ ਲਿਖਿਆ ਹੈ, ਕਹਿੰਦੇ ਜਿਨ ਸ਼ਰਧਾ ਰਾਮ ਨਾਮ ਲੱਗੀ, ਤਿਨ ਦੂਜੈ ਚਿਤ ਨਾ ਲਾਇਆ ਰਾਮਾ। ਕਹਿੰਦੇ ਜਿੰਦੀ ਸ਼ਰਧਾ ਪਰਮਾਤਮਾ ਤੇ ਬਣ ਗਈ, ਰਾਮ ਨਾਮ, ਰਾਮ ਦੇ ਨਾਮ, ਪਰਮਾਤਮਾ ਦੇ ਨਾਮ ਦੇ ਨਾਲ ਬਣ ਗਈ। ਜਿਨ ਸ਼ਰਧਾ ਰਾਮ ਨਾਮ ਲੱਗੀ, ਜਿੰਦੀ ਸ਼ਰਧਾ ਰਾਮ ਨਾਮ ਨਾਲ ਲੱਗੀ, ਤਿਨ ਦੂਜੈ ਚਿਤ ਨਾ ਲਾਇਆ ਰਾਮਾ। ਉਹ ਫਿਰ ਗੁਰੂ ਤੋਂ ਬਗੈਰ ਕਿਸੇ ਤੇ ਸ਼ਰਧਾ ਨਹੀਂ ਮਨਾਉਂਦਾ, ਉਹ ਫਿਰ ਕਿਸੇ ਹੋਰ ਨੂੰ ਨਹੀਂ ਮੰਨਦਾ। ਜੇ ਸਭ ਧਰਤੀ ਕੰਚਨ ਕਾਰ ਦੀਜੈ, ਬਿਨ ਨਾਵੈ ਅਵਰ ਨਾ ਭਾਇਆ ਰਾਮ। ਕਹਿੰਦੇ ਜੇ ਉਹਨੂੰ ਸੋਨੇ ਦੀ ਧਰਤੀ ਵੀ ਬਣਾ ਕੇ ਦੇ ਦਿਓ, ਬਿਨ ਨਾਵੈ ਅਵਰ ਨਾ ਭਾਇਆ ਰਾਮ, ਤੇ ਉਹਨੂੰ ਪਰਮਾਤਮਾ ਤੋਂ ਬਗੈਰ ਕੁਝ ਚੰਗਾ ਹੀ ਨਹੀਂ ਲੱਗਦਾ। ਪਰਮਾਤਮਾ ਤੋਂ ਬਿਨਾ ਉਹਨੂੰ ਕੁਝ ਚੰਗਾ ਨਹੀਂ ਲੱਗਦਾ, ਭਾਵੇਂ ਸਾਰੀ ਉਹਨੂੰ ਧਰਤੀ ਸੋਨੇ ਦੀ ਦੇ ਦਿਓ। ਪਰ ਇੱਥੇ ਤਾਂ ਬੰਦਾ ਮਾੜੀ ਮਾੜੀ ਗੱਲ ਤੇ ਜਿਹੜਾ ਉਹ ਸੌਦੇਬਾਜ਼ੀ ਕਰ ਲੈਂਦਾ, ਵਿਕ ਜਾਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੰਦਾ ਮੱਥੇ ਵੀ ਟੇਕਦਾ, ਪਰ ਜਦੋਂ ਧੀ ਪੁੱਤਰ ਦਾ ਰਿਸ਼ਤਾ ਕਰਨਾ ਹੋਏ ਉਦੋਂ ਸੌਦੇਬਾਜ਼ੀ ਵੀ ਕਰ ਲੈਂਦਾ। ਸਾਡੀ ਤਾਂ ਜ਼ਮੀਰ ਇੱਥੇ ਕੋ ਖੜੀ ਆ, ਸਾਡੀ ਤਾਂ ਸ਼ਰਧਾ ਇੱਥੇ ਕੋ ਖੜੀ ਆ। ਪਰ ਗੁਰਬਾਣੀ ਕਹਿੰਦੀ ਜਿਨ ਸ਼ਰਧਾ ਰਾਮ ਨਾਮ ਲੱਗੀ, ਤਿਨ ਦੂਜਾ ਚਿਤ ਨਾ ਲਾਇਆ ਰਾਮ। ਕਹਿੰਦੇ ਜਿੰਦੀ ਸ਼ਰਧਾ ਪਰਮਾਤਮਾ ਦੇ ਨਾਮ ਨਾਲ ਲੱਗ ਗਈ, ਉਹ ਹੋਰ ਕਿਸੇ ਚਿੱਤ ਹੀ ਨਹੀਂ ਲਾਉਂਦਾ। ਹੁਣ ਹੋਰ ਕੀ, ਦੁਨਿਆਵੀ ਭੁੱਖ ਪਦਾਰਥ, ਦੁਨਿਆਵੀ ਪਦਾਰਥ, ਉਹ ਕੁਝ ਵੀ ਤੁਸੀਂ ਕਹਿ ਲਓ, ਉਹ ਇਕੱਲਾ ਰੋਟੀ ਪਾਣੀ ਤੱਕ ਸੀਮਤ ਨਹੀਂ। ਕੋਈ ਵੀ ਬੰਦਾ ਲਾਲਚ ਕਰਦਾ ਹੈ, ਜਦੋਂ ਪਰਮਾਤਮਾ ਨਾਲੋਂ ਟੁੱਟਦਾ ਤੇ ਉਹ ਲਾਲਚ ਦੀ ਕੋਈ ਲਿਮਿਟ ਹੀ ਨਹੀਂ ਰਹਿ ਜਾਂਦੀ। ਜਿਨ ਸ਼ਰਧਾ ਰਾਮ ਨਾਮ ਲੱਗੀ, ਪਰ ਜਿੰਦੀ ਸ਼ਰਧਾ ਪਰਮਾਤਮਾ ਨਾਲ ਬਣ ਗਈ, ਉਹ ਕਿਸੇ ਹੋਰ ਤੇ ਸ਼ਰਧਾ ਹੀ ਨਹੀਂ ਰੱਖਦਾ। ਤਿਨ ਦੂਜਾ ਚਿੱਤ ਨਾ ਲਾਇਆ ਰਾਮ, ਉਹ ਕਿਸੇ ਹੋਰ ਨਾਲ ਚਿੱਤ ਜੋੜਦਾ ਹੀ ਨਹੀਂ, ਇੱਕ ਪਰਮਾਤਮਾ ਦਾ ਹੋ ਜਾਂਦਾ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਭਾਇਆ ਰਾਮ। ਜੇ ਸਾਰੀ ਧਰਤੀ ਵੀ ਉਹਨੂੰ ਸੋਨਾ ਬਣਾ ਕੇ ਦੇ ਦਿੱਤੀ ਜਾਵੇ ਤੇ ਉਹ ਫਿਰ ਵੀ ਬੰਦਾ ਪਰਮਾਤਮਾ ਤੋਂ ਬਗੈਰ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦਾ। ਪਰ ਅਸੀਂ ਮਾੜੀ ਮਾੜੀ ਗੱਲ ਤੇ ਸੌਦੇਬਾਜ਼ੀਆਂ ਕਰ ਲੈਂਦੇ ਹਾਂ, ਇਹ ਵੀ ਨਾਲ ਗੱਲ ਹੈਗੀ ਆ। ਕਿਉਂਕਿ ਗੁਰਬਾਣੀ ਨੂੰ ਬੰਦਾ ਪੜ੍ਹ ਰਿਹਾ ਹੈ ਤੇ ਕਿਤੇ ਕਿਤੇ ਸਮਝ ਵੀ ਰਿਹਾ, ਪਰ ਮੰਨ ਨਹੀਂ ਰਿਹਾ। ਮੰਨਣਾ ਕਦੋਂ ਹੈ? ਜਦੋਂ ਅਸੀਂ ਗਲਤ ਕੰਮ ਛੱਡ ਦਿਆਂਗੇ, ਜਦੋਂ ਦੁਨਿਆਵੀ ਭੁੱਖ ਪਦਾਰਥ ਅਸੀਂ ਲਾਲਚ ਕਰ ਰਹੇ ਹਾਂ, ਲਿਮਟ ਜਿਹੜੀ ਟੁੱਟ ਚੁੱਕੀ ਹੈ,
ਤਾਂ ਉਹਦੇ ਰਿਜ਼ਲਟ ਫਿਰ ਮਾੜੇ ਹੀ ਆਉਂਦੇ ਨੇ। ਕਿਸੇ ਵੀ ਚੀਜ਼ ਦੀ ਲਿਮਟ ਹੁੰਦੀ ਹੈ। ਮੋਬਾਈਲ ਚਲਾਉਣਾ ਉਹਦੀ ਵੀ ਲਿਮਟ ਆ, ਜ਼ਿਆਦਾ ਵਰਤੋਂ ਕਰਾਂਗੇ ਅੱਖਾਂ ਖਰਾਬ ਹੋ ਜਾਣਗੀਆਂ। ਮੋਟਰਸਾਈਕਲ ਉਹਦੀ ਵੀ ਲਿਮਟ ਹੈ ਸਪੀਡ ਦੀ, ਵੀ ਇੰਨੀ ਕੁ ਸਪੀਡ 'ਤੇ ਆਪਾਂ ਚਲਾ ਸਕਦੇ ਹਾਂ, ਕੰਟਰੋਲ ਹੋ ਜਾਏਗਾ, ਵੱਜ ਜਾਵਾਂਗੇ, ਅਗਲਾ ਵੀ ਵੱਜ ਜਾਏਗਾ। ਜਦੋਂ ਅਸੀਂ ਜ਼ਿਆਦਾ ਉਹਨੂੰ ਸਪੀਡ 'ਤੇ ਭਜਾਵਾਂਗੇ ਤਾਂ ਕੁਝ ਵੀ ਹੋ ਸਕਦਾ ਹੈ। ਮੋਟਰਸਾਈਕਲ ਗਲਤ ਨਹੀਂ, ਜਾਂ ਮੋਟਰਸਾਈਕਲ ਮਾੜੇ ਕੰਮ ਲਈ ਨਹੀਂ ਬਣਿਆ, ਮੋਟਰਸਾਈਕਲ ਤਾਂ ਚੰਗੇ ਲਈ ਬਣਿਆ। ਤੂੰ ਵਰਤੋਂ ਕਿੱਦਾਂ ਕਰਨੀ ਹੈ ਤੇਰੇ 'ਤੇ ਡਿਪੈਂਡ ਕਰਦਾ ਹੈ, ਤੂੰ ਸੋਚ। ਕਿਉਂਕਿ ਲਿਮਟ ਜਦੋਂ ਵੀ ਬੰਦਾ ਕਿਸੇ ਚੀਜ਼ ਦੀ ਟੱਪਦਾ ਹੈ ਤਾਂ ਉਹਦਾ ਨੁਕਸਾਨ ਹੁੰਦਾ ਹੈ। ਲਾਲਚ ਦੀ ਜਦੋਂ ਲਿਮਟ ਬੰਦਾ ਟੱਪਦਾ ਹੈ ਤਾਂ ਉਹਦੇ ਬੜੇ ਭਿਆਨਕ ਰਿਜ਼ਲਟ ਜਿਹੜੇ ਨੇ ਸਿੱਟੇ ਨਿਕਲਦੇ ਨੇ। ਸਾਨੂੰ ਇਹ ਤਾਂ ਗੁਰੂ ਸਾਹਿਬ ਸਮਝਾਉਣਾ ਕਰ ਰਹੇ ਆ ਵੀ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾ ਸਵਾਰੇ। ਵੀ ਤੂੰ ਬੰਦਿਆ ਪਰਮਾਤਮਾ ਤੇ ਸ਼ਰਧਾ ਰੱਖ, ਗੁਰੂ ਤੇ ਸ਼ਰਧਾ ਰੱਖ, ਫਿਰ ਗੁਰੂ ਤੇਰੇ ਕਾਰਜ ਸਵਾਰੇਗਾ। ਕਾਰਜ ਕਿਹੜੇ ਨੇ? ਕਾਰਜ ਆਪਾਂ ਸੋਚਦੇ ਵੀ ਕਾਰਜ ਆਮ ਕਰਕੇ ਕਿਹਾ ਜਾਂਦਾ ਵਿਆਹ ਨੂੰ, ਕਿਉਂਕਿ ਵਿਆਹ ਵੇਲੇ ਸੰਤਾਂ ਕੇ ਕਾਰਜ ਆਪ ਖਲੋਇਆ ਕਈ ਵਾਰੀ ਪੜ੍ਹਿਆ ਜਾਂਦਾ। ਪਰ ਕਾਰਜ ਹੈਗੇ ਨੇ ਦੁਨੀਆ ਦੇ ਵਿੱਚ ਰਹਿੰਦਿਆਂ ਜਿਹੜੇ ਕੰਮ। ਕਾਰਜ ਦਾ ਮਤਲਬ ਹੁੰਦਾ ਕੰਮ। ਆਪਾਂ ਸਿਰਫ ਆਨੰਦ ਕਾਰਜ ਨੂੰ ਕਾਰਜ ਸਮਝ ਲਿਆ ਵੀ ਗੁਰੂ ਸਾਹਿਬ ਸਾਡੇ ਆਨੰਦ ਕਾਰਜ ਵਿੱਚ ਨਹੀਂ। ਗੁਰੂ ਤਾਂ ਸਾਡੇ ਹਮੇਸ਼ਾ ਹੀ ਨਾਲ ਨੇ, ਹਮੇਸ਼ਾ ਹੀ ਨਾਲ ਖੜਦੇ ਨੇ। ਪਰ ਅਸੀਂ ਗੁਰੂ ਦੀ ਮੰਨਦੇ ਹਾਂ ਕਿ ਨਹੀਂ ਮੰਨਦੇ, ਇਹ ਅਸੀਂ ਦੇਖਣਾ। ਕਿਉਂਕਿ ਪਹਿਲਾਂ ਹੀ ਬੇਨਤੀ ਕੀਤੀ ਸੀ, ਗੁਰਬਾਣੀ ਸਾਡਾ ਭਲਾ ਕਰਦੀ ਹੈ, ਅਸੀਂ ਭਲਾ ਕਰਾਉਣਾ ਹੈ ਕਿ ਨਹੀਂ ਕਰਾਉਣਾ ਇਹ ਅਸੀਂ ਸੋਚਣਾ ਹੈ। ਆਮ ਕਰਕੇ ਕਿਹਾ ਜਾਂਦਾ ਹੈ ਕਿ ਲੋਕ ਗੁਰੂ ਦੀ ਗੱਲ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਕੋਰਡਿੰਗ ਚੱਲਦੇ ਨੇ। ਭਾਈ ਗੁਰਬਾਣੀ ਤਾਂ ਸੱਚ ਦਾ 24 ਘੰਟੇ ਉਪਦੇਸ਼ ਸਾਨੂੰ ਗੁਰੂ ਸਾਹਿਬ ਦੇ ਰਹੇ ਨੇ। 8 ਪੈਰ ਅਰਾਧੀ ਹੈ ਪੂਰਨ ਸਤਿਗੁਰ ਗਿਆਨ, 8 ਪੈਰ ਸਿਮਰਨ ਕਰਿਆ ਕਰ ਭਾਈ। ਮੰਨਣਾ ਕਿ ਨਹੀਂ ਮੰਨਣਾ ਇਹ ਸਾਡੇ 'ਤੇ ਡਿਪੈਂਡ ਕਰਦਾ, ਅਸੀਂ ਸੋਚਣਾ। ਪ੍ਰਚਾਰ ਬੜਾ ਹੋ ਰਿਹਾ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਸਮਾਗਮ ਹੋ ਰਹੇ ਨੇ, ਪਾਠ ਹੋ ਰਹੇ ਨੇ, ਪਰ ਜੇ ਮੈਂ ਆਪਣੇ ਜੀਵਨ 'ਚ ਸੁਧਾਰ ਕਰਨਾ ਤਾਂ ਮੈਂ ਸੋਚਣਾ। ਕੋਈ ਬੰਦਾ ਕਿਸੇ ਨੂੰ ਬਦਲ ਨਹੀਂ ਸਕਦਾ, ਹਮੇਸ਼ਾ ਯਾਦ ਕਰ ਰੱਖ ਲਈਏ। ਆਪਾਂ ਕਹਿੰਦੇ ਆ ਫਲਾਣੇ ਬੰਦੇ ਨੇ ਫਲਾਣੇ ਨੂੰ ਬਦਲ ਦਿੱਤਾ, ਨਹੀਂ। ਅਸੀਂ ਉਹਨੂੰ ਸਮਝਾ ਸਕਦੇ ਹਾਂ, ਗੁਰਬਾਣੀ ਦੀ ਗੱਲ ਦੱਸ ਸਕਦੇ ਹਾਂ ਵੀ ਆਹ ਮਾੜੇ ਕੰਮ ਨਾ ਕਰਿਆ ਕਰ, ਚੰਗੇ ਕੰਮ ਕਰਿਆ ਕਰ। ਪਰ ਸੁਧਰਨਾ ਨਾ ਸੁਧਰਨਾ ਇਹ ਉਹਦੇ 'ਤੇ ਡਿਪੈਂਡ ਕਰਦਾ, ਇਹ ਉਹਨੇ ਸੋਚਣਾ। ਗੁਰੂ ਸਾਹਿਬ ਤਾਂ ਸਾਨੂੰ ਹਮੇਸ਼ਾ ਹੀ ਸਮਝਾ ਰਹੇ ਨੇ, ਕਿਰਪਾ ਕਰ ਰਹੇ ਨੇ। ਜਿਵੇਂ ਆਮ ਕਰਕੇ ਕਿਹਾ ਜਾਂਦਾ ਕਿਰਪਾ ਹੋਏਗੀ ਤੇ ਗੁਰਦੁਆਰੇ ਜਾਵਾਂਗੇ, ਕਿਰਪਾ ਹੋਏਗੀ ਅੰਮ੍ਰਿਤ ਛਕ ਲਾਂਗੇ, ਕਿਰਪਾ ਹੋਏਗੀ ਗੁਰਦੁਆਰੇ ਸੇਵਾ ਕਰ ਲਾਂਗੇ। ਭਾਈ ਕਿਰਪਾ ਤਾਂ ਪ੍ਰਮਾਤਮਾ ਦੇ ਘਰ 24 ਘੰਟੇ ਚੱਲ ਰਹੀ। ਜਿਹੜੇ ਕਰ ਰਹੇ ਨੇ ਉਹਨਾਂ 'ਤੇ ਵੀ ਤਾਂ ਕਿਰਪਾ ਪ੍ਰਮਾਤਮਾ ਦੀ, ਗੁਰੂ ਦੀ ਹੋਈ ਹੈ ਨਾ। ਪਰ ਅਸੀਂ ਕਿਰਪਾ ਲੈਣਾ ਨਹੀਂ ਚਾਹੁੰਦੇ ਤੇ ਨਾਮ ਲੈ ਦਿੰਦੇ ਆ। ਪ੍ਰਮਾਤਮਾ ਨੇ ਅਜੇ ਕਿਰਪਾ ਹੀ ਨਹੀਂ ਕੀਤੀ, ਗੁਰੂ ਨੇ ਅਜੇ ਕਿਰਪਾ ਨਹੀਂ ਕੀਤੀ। ਪਰ ਅਸੀਂ ਸ਼ਰਾਰਤੀ ਬਹੁਤ ਹਾਂ। ਜਿਵੇਂ ਛੋਟਾ ਬੱਚਾ ਸ਼ਰਾਰਤਾਂ ਨਹੀਂ ਕਰਦਾ, ਸ਼ਰਾਰਤ ਆਪ ਕਰਕੇ ਤੇ ਨਾ ਕਿਸੇ ਹੋਰ ਦਾ ਲਾ ਦਿੰਦਾ। ਅਸੀਂ ਵੀ ਸ਼ਰਾਰਤੀ ਬੱਚਿਆਂ ਵਾਂਗੂ ਸ਼ਰਾਰਤੀ ਹੋ ਗਏ ਹਾਂ। ਹੈਗੇ ਅਸੀਂ ਸਿਆਣੇ ਹਾਂ ਉਂਝ, ਅਸੀਂ ਆਪਣੇ ਆਪ ਨੂੰ ਵੈਸੇ ਸਿਆਣੇ ਸਮਝਦੇ ਹਾਂ। ਜੇ ਸਾਨੂੰ ਕੋਈ ਮੂਰਖ ਕਹਿ ਦੇ, ਪਾਗਲ ਕਹਿ ਦੇ ਤੇ ਅਸੀਂ ਲੜ ਵੀ ਪੈਂਦੇ ਹਾਂ ਉਹਦੇ ਨਾਲ। ਪਰ ਅਸੀਂ ਜਦੋਂ ਆਪਣਾ ਮਤਲਬ ਕੱਢਣਾ ਹੋਏ ਅਸੀਂ ਫਿਰ ਬੱਚੇ ਜੇ ਬਣ ਜਾਂਦੇ ਹਾਂ। ਅਸੀਂ ਫਿਰ ਕਹਿੰਦੇ ਭੋਲੇ ਜੇ ਬਣ ਜਾਂਦੇ ਹਾਂ, ਕਹਿੰਦੇ ਸਾਨੂੰ ਤਾਂ ਕੁਝ ਪਤਾ ਹੀ ਕੋਈ ਨਹੀਂ, ਫਿਰ ਅਸੀਂ ਇੱਦਾਂ ਕਹਿੰਦੇ ਹਾਂ। ਤੂੰ ਮੈਂ ਬੇਨਤੀ ਕਰ ਰਿਹਾ ਸੀ ਜਿਵੇਂ ਬੱਚਾ ਨਹੀਂ ਸ਼ਰਾਰਤਾਂ ਕਰਦਾ, ਤੇ ਉੱਦਾਂ ਫਿਰ ਅਸੀਂ ਐਵੇਂ ਦੀਆਂ ਗੱਲਾਂ ਕਰਦੇ ਹਾਂ ਕਿ ਕਿਰਪਾ ਨਹੀਂ ਹੋਈ ਅਜੇ। ਇਹ ਭਾਈ ਸ਼ਰਾਰਤਾਂ ਨੇ, ਇਹ ਭੋਲੀਆਂ ਗੱਲਾਂ ਕਿਉਂ ਕਰਦੇ ਹੋ ਤੁਸੀਂ? ਭਾਈ ਕਿਰਪਾ ਸਾਰਿਆਂ ਤੇ ਸਾਂਝੀ ਚੱਲ ਰਹੀ ਹੈ। ਇੱਕ ਪਰਿਵਾਰ ਵਿੱਚ 2 ਜੀਆਂ ਨੇ ਅੰਮ੍ਰਿਤ ਛਕਿਆ, ਸਵੇਰੇ ਬਾਣੀ ਪੜ੍ਹਦੇ ਨੇ, ਗੁਰੂ ਘਰ ਜਾ ਕੇ ਅੰਮ੍ਰਿਤ ਵੇਲੇ ਸੇਵਾ ਕਰਦੇ ਨੇ,
झाड़ू पोचे की सेवा करते हैं, फर्श की सेवा करते हैं धोण की, एक दो परिवार के मैंबर सुते हुए हैं। वो कहते कोई गल नहीं 8 बजे उठ पांगे, 7 बजे उठ पांगे, कोई गल नहीं। तो एक दो मैंबर गुरुद्वारा साहब भी पहुंचे हुए हैं, सेवा करके भी आ गए हैं, दूजे मैंबर परिवार के अजे सुते हुए हैं, एक ये भी है ने। हुण की आप सोचीए कि उन्होंने तो किरपा अलग तो ही नहीं, उन्होंने उस किरपा को समझ लिया बस भी परमात्मा की जिहड़ी किरपा है वो चल रही है। परमात्मा की किरपा हमेशा चल रही है, वो रुकती नहीं, वो बंदे के अकॉर्डिंग नहीं चलती, वो बंदे के अनुसार नहीं चलती कि बंदा जदों मनेगा उदों ही किरपा शुरू होएगी या बंद होएगी। नहीं, किरपा हमेशा 24 घंटे चल रही है, बस असी अपने दे आ किरपा नहीं कर रहे। गल इन्नी को है। उद्यम करेंदिया गुरबाणी च लिखिया होया है, उद्यम करेंदिया जियो तो कमावदिया सुख पुंच। उद्यम कर भाई, अमृत वेले उठिया कर, बाणी पढ़िया कर। गुरु साहब कह रहे हैं उद्यम करेंदिया जियो तो कमावदिया सुख पुंच, तेरी जिंदगी च सुख आ जाएगा। जिमें आप कहने कि अज मैं अमृत वेले उठिया, टाइम नाल उठ गया, घर के काम कार सारे निबेड़ ले, बहुत चंगी गल है। एक दिन लेट उठन नाल भी आपां नूं पता लग जाता काम टाइम सिर नहीं होंदे। तां ही तो गुरु साहब ने महानता दिती सी अमृत वेले नूं भी अमृत वेले मेरा सिख उठेगा, बाणी पढ़ेगा, नितनेम करेगा, सेवा करेगा, ते उस तो बाद अपने घरां दे काम कार भी टाइम सिर समय सिर निबेड़ेगा, तो टाइम नाल सौ जाएगा, अमृत वेले टाइम नाल फिर उठ जाएगा। ये सानू समझाया सी गुरु साहब जी ने, बेनती की सी, गुरबाणी समझाउणा करदे ने गुरु साहब जी। सो आप गल कर रहे थे, उद्यम करेंदिया जियो तू कमावदिया सुख पुंच, ध्याएंदिया तू प्रभु मिल। ते तू परमात्मा नूं ध्याएगा जदों, ध्याएंदिया तू प्रभु मिल। तू जदों प्रभु नूं मिल जाएगा, प्रभु नाल तेरा मिलाप हो जाएगा, परमात्मा नाल तेरा मिलाप हो जाएगा। जियो तू कमावदिया सुख पुंच, उद्यम करेंदिया जियो तू कमावदिया सुख पुंज, ध्याएंदिया तू प्रभु मिल। नानक उतरी चिंत, फिर तेरी चिंता उतर जाएगी, फिर तू सारे काम टाइम सिर निबेड़ लेगा, टाइम सिर उठ के। फर्क इन्ना कोई है बस। एक लेट उठन वाला लेट काम निबेड़दा अपने, फिर खिच खिच के अपने घर परिवार वालियां नूं पैंदा, कसूर अपना, उठे आपने, मैनू उठाया नहीं, मैनू दसिया नहीं, इन्ना टाइम हो गया। वो भलिया गुरु ने तो तेनू बड़े 100 साल कई 100 साल पहले समझाता सी, टाइम नाल उठिया कर, टाइम नाल सोया कर, टाइम नाल अपनी जिंदगी के काम कार करिया कर, सेवा सिमरन करिया कर। सो फिर साडे जिहड़े वो कारज ने सही जिहड़े वो सफल हो जाणगे। मैं बेनती कर रहा सी कारज किहड़े ने, फिर सानू साडे काम जिहड़े काम कारज ने साडे, उन्हां विच मिलावट खोरी, रिश्वत, बेईमानी, ईरखा खत्म हो जाएगी। उन्हां कारजां विच गुरु साहब साडे नाल खड़ जाणगे। सतगुर तुमरे काज सवारे, फिर गुरु साडे जिहड़े वो कारज ने जिहड़े सवार देणगे, क्योंकि गुरु साडे नाल ने ना हमेशा, सानू माड़े कामां तो बचाउणगे, सानू चंगे बन्ने लाउणगे। यही कारज ने। हुण असीं समझना किदां है, ये असीं सोचना है। पर गुरबाणी का जिहड़ा गुरु साहब जो समझा रहे ने, वो सानू कह रहे हैं कि तेरे सारे काम जिहड़े वो कारज ने, काम चंगे कर, भला करिया कर, लोगों की मदद करिया कर। अगे बेनती कर रहे गुरु साहब, दुष्ट दूत परमेश्वर मारे। हुण दुष्ट दूत जिहड़े जीवन विच दोखी ने, वैरी ने। हुण वैरी साडे कौन ने? आपां सोचदे हां कि गवांढी मेरा वैरी है, नहीं पलिया, मेरा फलाना वैरी है,
वो तो बाद च होणगे। पहला तेरे अंदर 5 वैरी बैठे हुए ने बंदिया, 5 चोर रहिंदे तेरे अंदर जिहड़े तेनू लुट्टी जा रहे ने। इस देही अंदर 5 चोर वसैं, ये देही अंदर है, शरीर अंदर 5 चोर रहिंदे। महाराज कहंदे घर में तो एक चोर वड़ जाए तो घर खाली कर देंदा, ते ये शरीर च 5 रहिंदे ने। किदां? इस देह अंदर 5 चोर वसदे ने। काम, क्रोध, लोभ, मोह, हंकारा, इस 5 रहिंदे ने। अमृत लुट्टा की करते हैं? अमृत लुट लेंदे ने। हुण अमृत लुट्टण दा की मतलब है कि साढ़े कोलों श्री साहब लै जाते हैं, कृपान लै जाते हैं, जां अमृत कढ़ के लै जाते? नहीं, अमृत लुट्टण का मतलब है अमृत वही विचारां, चंगियां विचारां, चंगी सोच जिहड़ी मैं गुरु कोलों, गुरु ग्रंथ साहब की हजूरी च सीख के आया सीगा, जिहड़ी मैं गुरुद्वारे जाके सिक्ख्या लैके आया सीगा, वो अमृत चोर लुट लेंदे ने। भी बंदिया तू सुधरना नहीं, पता है जो सुधर गया तो असी कित्थे रहना। कई बारी होंदा ना बंदा गुरुद्वारे जाके आया होए नवा नवा ते घर आके वाहगुरू वाहगुरू करदा, चंगी गल है, करना चाहिए। ये सदा लई हो जे, ये सदा लई हो जे, आनंद बन जाएगा। ते मुड़ के फिर वही कुछ करन लग जाता बंदा। जां कई बारी एक्सीडेंट होया होए तो बंदा गड्डी मोटरसाइकिल ते जा रहा होए ना, ते बंदा एक्सीडेंट के कोलों लंघिया होए ताज़ा ताज़ा, तो बंदा जिन्ना तक उस थां ते पहुँचता नहीं है 50-100 किलोमीटर, उन्होंने उत्थे तक याद रहिंदा मैं गड्डी हौली चलाउणी, भाई मोटरसाइकिल हौली चलाउणा है, बस इन्ना को टाइम याद रहिंदा है, तो बाद च फिर भुल जांदा है। क्योंकि उत्थे अमृतमय विचार आ गई ना किसी नूं वेख के भी भाई गड्डी मोटरसाइकिल हौली चलाउणा, नाले अपनी जान बचेगी नाले किसी की बचेगी। यही तो गुरु साहब समझाउणा कर रहे सानू, कहंदे भलिया बंदिया तू चंगियां चीज़ां जदों सीख लेना है तो छेती फिर उन्होंने छड्ड देना है, क्योंकि माड़ियां चीज़ां तेरे अंदर ज़्यादा ने, उन्हां ते भार पा लैंदियां, काबू पा लैंदियां। अमृत लूटे मनमुख नहीं बूझे, तो गुरु साहब कहते मनमुख बंदा बुझदा ही नहीं, इनू पता ही नहीं लगता कि मेरे नाल की होंदे आ। भी मैं हुणे हुणे गुरुद्वारे कथा सुन के आया, माड़े काम नहीं करने, ईरखा नहीं करनी, किसी नाल वैर विरोध नहीं करना। बस थोड़ा समा याद आया, पर वो जिहड़ा ईरखा, नफरत, जैलसी, वो सारा कुछ 20-30 साल तो भरिया होया, तो हुण एक बार गुरुद्वारे जाण नाल वो भला नहीं ना होना। वो किवें होएगा भला? आपां गुरबाणी तो पुछदे हां, कबीर काम पर हर सिमरिए। वो बंदिया काम जदों तेनू पैंदा तैनू वाहिगुरू याद आ जाता, परमात्मा याद आ जाता। आपां देखते नहीं कई बारी बंदा एक्सीडेंट होन लगे जां कोई अचानक बंदा बच जाए तो बंदा कहता वाहिगुरू ने बचा लिया, वाहिगुरू वाहिगुरू करन लग जाता है ना। ते कबीर साहब कहते हैं तू सदा ही ध्याड़ा, कबीर काम पर हर सिमरिए ऐसा सिमरो नेता। ते कहते ये सदा ही तू ध्या, इहो जी परमात्मा नू सदा ही ध्या। अमरापुर वासा करो हर गया मोहरै बेता, ते तेरा चंगे थां ते जिहड़ा वासा हो जाएगा, परमात्मा दे विच वासा हो जाएगा। हमेशा इहदा मतलब कि सानू जिहड़ी गुरबाणी है वो हमेशा याद रखनी चाहिए तो गुरु नाल जुड़े रहना चाहिए। जे असीं माड़ा जिहा भी टुट गए, जिद्दां मैं पहलां भी एक दीवान विच बेनती कीती सीगी, जिद्दां शरीर नूं जिउंदे रहण लई भोजन दी लोड़ है, ते इस तरह मन नूं जिउंदे रहण वास्ते रखण वास्ते भजन दी लोड़ है। बस भोजन ते भजन च फर्क समझ लिओ, थोड़ा ही फर्क है, पर मेहनत बहुत है। भजन वाले बनने बहुत मेहनत है, बड़ा कुछ छड्डना पैना, लालच छड्डना पैना, दाज फिर छड्डना पैना।
ਉਹ ਜਿਹੜੇ ਭਲਿਆ ਤੂੰ ਸਹੁਰਿਆਂ ਨੂੰ ਤੰਗ ਕਰਕੇ ਗੱਡੀ ਲਈ ਏ, ਗੱਡੀ, ਉਹ ਕਿੰਨੇ ਚਿਰ ਚ ਉਹਨਾਂ ਦਾ ਕਰਜ਼ਾ ਉਤਰੇਗਾ? ਕਦੀ ਸੋਚਿਆ? ਉਂਝ ਤੂੰ ਕਹਿਣਾ ਮੈਂ ਸਾਡੇ ਕੋਲ ਇੰਨੀ ਪੈਲੀ ਏ, ਸਾਡੇ ਇੰਨੀ ਨੌਕਰੀ, ਮੇਰੀ ਤਨਖਾਹ ਏ, ਇੰਨੇ ਪੈਸੇ ਨੇ ਸਾਡੇ ਕੋਲ, ਇੰਨੀ ਸਾਡੀ ਪ੍ਰਾਪਰਟੀ ਏ। ਕਦੀ ਸੋਚਿਆ ਤੂੰ ਕਿੱਥੇ ਕਿੱਥੇ ਧਰਮ ਦੀ ਕੀ ਪੜਿਆ? ਧਰਮ ਤੂੰ ਬੰਦਿਆ, ਤੂੰ ਤਰਸ ਕੀਤਾ? ਉਹਨੇ ਕਿੰਨੇ ਸਾਲ ਚ ਕਰਜ਼ਾ ਉਤਰੇਗਾ ਉਹ ਮਾਂ ਪਿਓ ਦਾ? ਸੋਚਿਆ? ਚਾਹੀਦਾ ਤਾਂ ਤੈਨੂੰ ਸੀਗਾ ਵੀ ਜਿਨ੍ਹਾਂ ਨੇ ਇੰਨੀ ਇੱਕ ਧੀ ਦੇਤੀ ਪਾਲ ਕੇ, ਪੜ੍ਹਾਈ ਕਰਾ ਕੇ, ਡਿਗਰੀਆਂ ਕਰਾ ਕੇ, ਤੇ ਤੈਨੂੰ ਸਗੋਂ ਚਾਹੀਦਾ ਸੀ ਵੀ ਮੈਨੂੰ ਦੱਸੋ ਕੀ ਸੇਵਾ ਮੇਰੇ ਲਾਇਕ ਕੋਈ ਡਿਊਟੀ ਬਣਦੀ ਹੋਵੇ। ਤੇ ਫਿਰ ਅਸੀਂ ਵੀ ਕੋਈ ਘੱਟ ਨਹੀਂ ਦੇਣ ਵਾਲੇ ਬੰਨਿਓ, ਅਸੀਂ ਵੀ ਕਸਰ ਨਹੀਂ ਛੱਡਦੇ। ਮੈਨੂੰ ਇੱਕ ਵੀਰ ਜੀ ਕਹਿੰਦੇ ਭਾਈ ਸਾਹਿਬ, ਜਿੱਥੇ ਤੁਸੀਂ ਕਹਿੰਦੇ ਹੋ ਨਾ ਕਿ ਦਾਜ ਨਹੀਂ ਲੈਣਾ ਚਾਹੀਦਾ, ਉੱਥੇ ਇਹ ਵੀ ਬੇਨਤੀ ਕਰਿਆ ਕਰੋ ਕਿ ਜਿਹੜਾ ਦਾਜ ਨਹੀਂ ਮੰਗਦਾ ਤੁਸੀਂ ਕਿਉਂ ਦਿੰਦੇ ਹੋ? ਇਹ ਵੀ ਵੱਡੀ ਪ੍ਰੋਬਲਮ ਹੈ। ਕਿਉਂਕਿ ਆਮ ਕਰਕੇ ਸਾਨੂੰ ਕਿ ਬਹੁਤ ਫੋਨ ਆਉਂਦੇ ਨੇ, ਵੀਰ ਜੀ ਬਾਬਾ ਜੀ ਰਿਸ਼ਤਾ ਕਰਾਓ ਕੋਈ, ਜਿੱਥੇ ਕੋਈ ਦਾਜ ਮਤਲਬ ਮੁੰਡਾ ਗੁਰਸਿੱਖ ਹੋਏ, ਤੇ ਅੱਗੋਂ ਅਸੀਂ ਕਹਿੰਦੇ ਵੀ ਉਹ ਦਾਜ ਨਹੀਂ ਲੈਣਾ, ਉਹਨਾਂ ਸਿੱਖ ਰਹਿਤ ਮਰਿਆਦਾ ਮੁਤਾਬਕ ਆਨੰਦ ਕਾਰਜ ਹੋਣੇ ਨੇ, ਵੀ ਪੈਲਸ ਨਹੀਂ, ਗਾਉਣ ਵਜਾਉਣ ਨਹੀਂ, ਗੁਰਦੁਆਰੇ ਆਨੰਦ ਕਾਰਜ ਹੋਏਗਾ, ਗੁਰਦੁਆਰੇ ਪੰਗਤ 'ਚ ਪ੍ਰਸ਼ਾਦਾ ਛਕਾਇਆ ਜਾਏਗਾ, ਵੀ ਤੂੰ ਉਹਨਾਂ ਲੈਣਾ ਨਹੀਂ ਕੁਝ। ਚਲੋ ਕਿਸੇ ਨੇ ਆਪਣੀ ਧੀ ਨੂੰ ਹੀ ਦੇਣਾ, ਅਸੀਂ ਤਾਂ ਆਪਣੀ ਧੀ ਨੂੰ ਦੇਣਾ ਹੀ ਹੈ ਨਾ। ਫਿਰ ਗਲਤ ਕਈ ਥਾਵਾਂ ਤੇ ਅਸੀਂ ਵੀ ਹਾਂ, ਅਸੀਂ ਵੀ ਗਲਤ ਹਾਂ। ਜਿਹੜਾ ਮੰਗ ਨਹੀਂ ਰਿਹਾ ਅਸੀਂ ਕਿਉਂ ਦਈਏ? ਸ਼ੁਕਰ ਕਰੋ ਕਿ ਕਿਸੇ ਦੇ ਮਨ ਦੇ ਵਿੱਚ ਸਮਝ ਆ ਗਈ, ਦਿਮਾਗ ਸਿਆਣਾ ਹੋ ਗਿਆ। ਤਾਂ ਪਰ ਮੈਂ ਨਾਲ ਇਹ ਬੇਨਤੀ ਕਰਦਾ, ਉਹ ਲਾਲਚ ਕਰਨ ਵਾਲਿਓ, ਤੁਹਾਡਾ ਭਲਾ ਨਹੀਂ ਹੋਣਾ ਕਿਤੇ। ਪਰ ਕਈ ਤਾਂ ਦਾਜ ਇਸ ਕਰਕੇ ਦਿੰਦੇ ਆ ਵੀ ਅਸੀਂ ਆਪਣੀ ਕੁੜੀ ਨੂੰ ਦਾਜ ਦਿਆਂਗੇ ਤੇ ਸਾਡੇ ਮੁੰਡੇ ਨੂੰ ਫਿਰ ਇੰਨਾ ਹੀ ਆਏਗਾ ਨਾ ਹਿਸਾਬ ਬਰਾਬਰ ਰੱਖਣ ਲਈ। ਇਹ ਜ਼ਰੂਰੀ ਨਹੀਂ ਹੁੰਦਾ, ਇੱਥੇ ਵੀ ਅਸੀਂ ਗਲਤ ਹਾਂ। ਤੇ ਮੈਂ ਤਾਂ ਕਹਿੰਦਾ ਹੁੰਦਾ ਵੀ ਜੇ ਗੱਡੀ ਆਪਾਂ ਇੰਨਾ ਪੈਲਸਾਂ 'ਚ ਪੈਸਾ ਲਾ ਕੇ, ਜ਼ਿਆਦਾਤਰ ਮੁੰਡੇ ਵਾਲੇ ਵੀ ਇੰਨਾ ਹੀ ਖਰਚਾ ਕਰਦੇ ਆ, 5-7 ਲੱਖ ਉਹ ਵੀ ਲਾ ਦਿੰਦੇ ਆ, ਵੀ ਉਦੋਂ ਤਾਂ ਗੱਡੀ ਆਪਣੀ ਓ ਲੈ ਆਓ, ਤੁਸੀਂ ਸਿੰਪਲ ਆਨੰਦ ਕਾਰਜ ਵਿਆਹ ਕਰ ਲਓ, ਆਪ ਹੀ ਗੱਡੀ ਲੈ ਆਓ 5-7 ਲੱਖ ਵਾਲੀ। ਤੇ ਨਾਲੇ ਮੁੜ ਕੇ ਅਗਲੇ ਕਹਿੰਦੇ ਵੀ ਅਸੀਂ ਦਿੱਤੀ ਗੱਡੀ, 19-21 ਜੇ ਕਰੇਗਾ ਤਾਂ ਵੇਖ ਲੈ। ਫਿਰ ਅਸੀਂ ਆਪਣੇ ਆਪ ਹੀ ਲਿਆਈਏ, ਨਾਲੇ ਅਸੀਂ ਗੁਰੂ ਦੀ ਮਰਿਆਦਾ ਦੇ ਖਰੇ ਉਤਰ ਗਏ ਭਾਈ, ਗੁਰੂ ਦੀ ਗੱਲ ਮੰਨ ਲਈ। ਨਾਲੇ ਅਸੀਂ ਇੰਨਾ ਉੱਜੜ ਕੇ ਅਸੀਂ ਜੇ ਲੈਣਾ ਤੇ ਅਸੀਂ ਇੰਨੇ ਲੱਖ ਦੀ ਗੱਡੀ ਤੇ ਅਸੀਂ ਆਪ ਲਿਆ ਸਕਦੇ ਜਿੰਨਾ ਅਸੀਂ ਪਾਰਟੀ ਤੇ ਖਰਚਾ ਕਰ ਲੈਂਦੇ ਹਾਂ। ਸਿਆਣੇ ਬਣਨ ਦੀ ਲੋੜ ਹੈ, ਗੁਰੂ ਸਾਹਿਬ ਸਾਨੂੰ ਸਿਆਣੇ ਬਣਾਉਂਦੇ ਨੇ। ਪਰ ਹੁਣ ਬਣਨਾ ਕਿ ਨਹੀਂ, ਗੱਲ ਤੇ ਇੱਥੇ ਨਾ ਅਸੀਂ ਬਣਨਾ ਨਹੀਂ ਚਾਹੁੰਦੇ। ਇਹ ਸਾਡੇ ਵੈਰੀ ਬਣੇ ਹੋਈਆਂ ਨੇ ਇਹ ਚੀਜ਼ਾਂ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ, ਕਹਿੰਦੇ ਦੁਸ਼ਟ ਦੂਤ ਕਿਹੜੇ ਨੇ? ਆਪਾਂ ਬਾਣੀ ਤੋਂ ਪੁੱਛਦੇ ਹਾਂ। ਗੁਰਪੁਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ। ਕਹਿੰਦੇ ਮੇਰੇ ਅੰਦਰੋਂ ਨਿਵਰੇ ਦੂਤ ਭੈੜੇ ਖਿਆਲ, ਭੈੜੀ ਸੋਚ। ਆਪਾਂ ਕਹਿੰਦੇ ਵੀ ਆ, ਕਈ ਵਾਰੀ ਆਪਾਂ ਕਹਿੰਦੇ ਨਹੀਂ ਆ ਬੰਦਾ ਦੂਤ ਹੀ ਹੈ, ਭੈੜਾ ਬੰਦਾ। ਨਿਵਰੇ ਦੂਤ ਦੁਸ਼ਟ ਬਹਿਰਾਈ, ਬਹਿਰਾਈਆਂ ਮੇਰੇ ਜੀਵਨ ਚੋਂ ਨਿਕਲ ਗਈਆਂ। ਕਦੋਂ? ਗੁਰਪੂਰੇ ਕਾ ਜਪਿਆ ਜਾਪ, ਜਦੋਂ ਮੈਂ ਪੂਰੇ ਗੁਰੂ ਦਾ ਜਾਪ ਜਪਿਆ। ਪੂਰੇ ਗੁਰੂ ਕਿਹੜੇ ਨੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ ਹੈ। ਕਹਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਕਹਿੰਦੇ ਮੇਰੇ ਪਰਮਾਤਮਾ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਪ੍ਰਭ ਮੇਰੇ ਕਾ ਬੜ ਪ੍ਰਤਾਪ, ਕੀ ਕਰੇਗਾ ਕੋਈ ਉਸ ਪਰਮਾਤਮਾ ਦਾ? ਕਹਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ
ਵੱਡ ਪ੍ਰਤਾਪ, ਮੇਰੇ ਪਰਮਾਤਮਾ ਦਾ ਬਹੁਤ ਵੱਡਾ ਪ੍ਰਤਾਪ ਹੈ, ਬਹੁਤ ਵੱਡਾ ਉਹ। ਤੇ ਦੂਤ ਮੈਂ ਬੇਨਤੀ ਕਰ ਰਿਹਾ ਸੀਗਾ ਦੁਸ਼ਟ। ਹੁਣ ਇਹ ਦੂਤ ਜਿਹੜੇ ਜਮ ਹੈ ਕਿਹੜੇ ਨੇ? ਆਪਾਂ ਪਹਿਲਾਂ ਵੀ ਸਮਝ ਰਹੇ ਸੀ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨੀ ਬੂਝੈ, ਕੋਈ ਨਾ ਸੁਣੈ ਪੁਕਾਰਾ। ਤੇ ਕੋਈ ਫਿਰ ਪੁਕਾਰ ਵੀ ਨਹੀਂ ਸੁਣਦਾ, ਮਨਮੁਖ ਨਹੀਂ ਬੂਝੈ, ਮਨਮੁਖ ਬੰਦਾ ਸਮਝਦਾ ਹੀ ਨਹੀਂ। ਕੋਈ ਨਾ ਸੁਣੈ ਪੁਕਾਰਾ, ਤੇ ਕੋਈ ਪੁਕਾਰ ਨਹੀਂ ਸੁਣਦਾ। ਪੁਕਾਰ ਗੁਰੂ ਜੀ ਸੁਣਨਗੇ ਤੇ ਗੁਰੂ ਕੋਲ ਆਉਂਦਾ ਨਹੀਂ। ਗੁਰਬਾਣੀ ਸੁਣੇਗੀ, ਗੁਰਬਾਣੀ ਪੜ੍ਹਦਾ ਨਹੀਂ, ਸਮਝਦਾ ਨਹੀਂ, ਵਿਚਾਰਦਾ ਨਹੀਂ। ਕਿਉਂਕਿ ਦੂਤ ਸਾਨੂੰ ਬਹੁਤ ਮਿਲ ਜਾਣਗੇ ਗੁਰਬਾਣੀ ਦੇ ਮੁਤਾਬਕ। ਦੂਤ ਕਿਹੜੇ ਨੇ? ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਕਬੀਰ ਜਾਂ ਕਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੀਂ। ਜਿਹੜੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ ਨਹੀਂ ਹੈਗੀ, ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਮੰਨਦੇ ਨਹੀਂ, ਗੁਰਬਾਣੀ ਦੀ ਗੱਲ ਨਹੀਂ ਮੰਨਦੇ, ਕਬੀਰ ਜਾਂ ਕਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੀਂ। ਤੇ ਕਰ ਮਰ ਹਟ ਸਾਰਖੇ, ਉਹ ਘਰ ਮੜੀਆਂ ਦੇ ਸਮਾਨ ਨੇ, ਜਿੰਨੇ ਮਰਜ਼ੀ ਸੋਹਣੇ ਬਣੇ ਹੋਣ। ਗੁਰਬਾਣੀ ਕਹਿੰਦੀ ਹੈ ਕਿ ਉਹ ਘਰ ਜਿੰਨੇ ਮਰਜ਼ੀ ਸੋਹਣੇ, ਪੱਥਰ ਜਿੰਨਾ ਮਰਜ਼ੀ ਸੁੰਦਰ ਹੋਣ, ਉਹ ਮੜੀਆਂ ਦੇ ਬਰਾਬਰ ਨੇ, ਜਿਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨੀ ਜਾਂਦੀ, ਬੰਦਿਆਂ ਦੀ ਗੱਲ ਮੰਨੀ ਜਾਂਦੀ ਹੈ। ਤੇ ਕਰ ਮਰ ਹਟ ਸਾਰਖੇ, ਤੇ ਫਿਰ ਉੱਥੇ ਕੌਣ ਰਹਿੰਦੇ ਨੇ? ਭੂਤ ਬਸੈ ਤਿਨ ਮਾਹੇ। ਤੇ ਉਹ ਘਰ 'ਚ ਬੰਦੇ ਨਹੀਂ ਰਹਿੰਦੇ। ਕੌਣ ਰਹਿੰਦੇ ਜੀ? ਗੁਰੂ ਸਾਹਿਬ, ਕਬੀਰ ਸਾਹਿਬ ਜੀ ਬਖਸ਼ਿਸ਼ ਕਰ ਰਹੇ। ਭੂਤ ਬਸੈ ਤਿਨ ਮਾਹੇ, ਕਹਿੰਦੇ ਉਹ ਘਰ ਭੂਤ ਰਹਿੰਦੇ, ਬੰਦੇ ਨਹੀਂ ਰਹਿੰਦੇ। ਆਹ ਨੇ ਦੁਸ਼ਟ ਦੂਤ, ਆਹ ਨੇ ਵੈਰੀ। ਬੰਦਾ ਆਪਾਂ ਕਹਿੰਦੇ ਆ ਮੇਰਾ ਫਲਾਣਾ ਵੈਰੀ, ਮੇਰਾ ਫਲਾਣਾ ਵੈਰੀ। ਇੰਨਾ ਨਹੀਂ ਪਤਾ ਕਿ ਬੰਦਿਆ ਤੂੰ ਆਪਣੇ ਆਪ ਦਾ ਸਾਰਿਆਂ ਨਾਲੋਂ ਵੱਡਾ ਵੈਰੀ ਏ। ਇਹ ਤੈਨੂੰ ਸਮਝ ਕਦੋਂ ਆਏਗੀ? ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅਰਥਾਂ ਦੇ ਸਮੇਤ ਪੜ੍ਹੇਗਾ, ਅਰਥਾਂ ਦੇ ਸਮੇਤ ਪੜ੍ਹੇਗਾ, ਉਦੋਂ ਪਤਾ ਲੱਗੇਗਾ ਕਿ ਮੇਰੇ ਨਾਲ ਵੱਡਾ ਤੇ ਮੇਰਾ ਕੋਈ ਦੁਸ਼ਮਣ ਹੈ ਹੀ ਨਹੀਂ। ਮੇਰੇ ਨਾਲ ਕੋਈ ਵੱਡਾ ਮੇਰਾ ਦੁਸ਼ਮਣ ਹੈ ਹੀ ਨਹੀਂ। ਮੈਂ ਤਾਂ ਫਲਾਣੇ ਨੂੰ ਦੁਸ਼ਮਣ ਮੰਨਦਾ ਸੀ। ਕਿਵੇਂ? ਹੁਣ ਦੁਸ਼ਮਣ ਮੇਰਾ ਕਿੱਦਾਂ ਕਿ ਮੈਂ ਗਲਤ ਕੰਮ ਕਰਦਾ, ਮੈਂ ਗੁਰਬਾਣੀ ਦੀ ਗੱਲ ਨਹੀਂ ਮੰਨਦਾ, ਮੈਂ ਨਸ਼ੇ ਕਰਦਾ, ਇੱਦਾਂ ਮੈਂ ਨਹੀਂ ਗੁਰੂ ਦੀ ਗੱਲ ਮੰਨਦਾ। ਇਹ ਦੁਸ਼ਮਣ ਤਾਂ ਮੈਂ ਹੋਰ ਕੀ ਹੈ? ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੁਧਾਰ ਰਿਹਾ, ਉਹਦੇ ਤੋਂ ਵੱਡਾ ਉਹਦਾ ਦੁਸ਼ਮਣ ਕੋਈ ਹੈ ਹੀ ਨਹੀਂ। ਜਿਹੜਾ ਘਰਦਿਆਂ ਦੀ ਗੱਲ ਨਹੀਂ ਮੰਨਦਾ, ਜਿਹੜਾ ਪਰਿਵਾਰ ਦੀ ਗੱਲ ਨਹੀਂ ਮੰਨਦਾ, ਇੱਦਾਂ ਹੁੰਦਾ ਹੈ ਨਾ, ਇੱਦਾਂ ਹੁੰਦਾ। ਇਹ ਤੋਂ ਵੱਡਾ ਕੋਈ ਭੂਤ ਕੋਈ ਹੈ ਹੀ ਨਹੀਂ। ਗੁਰਬਾਣੀ 'ਚ ਲਿਖਿਆ, ਕਲੀ ਅੰਦਰ ਨਾਨਕਾ ਜਿੰਨਾ ਦਾ ਉਤਾਰ। ਇੱਥੇ ਜਿੰਨਾ ਨਹੀਂ ਹੈਗਾ, ਜਿੰਨਾ, ਜਿੰਨ। ਕਹਿੰਦੇ ਇਸ ਕਾਲਯੁਗ ਵਿੱਚ ਜਿੰਨ ਲੋਕਾਂ ਨੇ ਜਨਮ ਲੈ ਲਿਆ, ਜਿੰਨ ਆ ਗਏ, ਜਿੰਨ। ਹੁਣ ਆਪਾਂ ਸੋਚਾਂਗੇ ਜਿੰਨ ਤਾਂ ਭੂਤ ਪ੍ਰੇਤ ਜਿੰਨ ਹੁੰਦੇ ਆ। ਵੇਖੋ ਗੁਰਬਾਣੀ ਕਿਵੇਂ ਸਮਝਾਉਣਾ ਸਾਨੂੰ ਕਰ ਰਹੀ ਹੈ, ਸਮਝੀਏ ਇਹਨੂੰ। ਕਹਿੰਦੇ ਆ ਸੱਚ, ਗੁਰਬਾਣੀ ਸੱਚ। ਕਲੀ ਅੰਦਰ ਨਾਨਕਾ ਜਿੰਨਾਂ ਦਾ ਉਤਾਰ। ਕਹਿੰਦੇ ਜਿੰਨ ਲੋਕਾਂ ਦਾ ਜਨਮ ਹੋ ਗਿਆ, ਜਿੰਨ ਭੂਤਾਂ ਦਾ ਜਨਮ ਹੋ ਗਿਆ। ਕਹਿੰਦੇ ਕਿੱਦਾਂ? ਪੁੱਤ ਜਨੂਰਾ ਧੀ ਜਨੂਰੀ। ਕਹਿੰਦੇ ਪੁੱਤ ਜਿੰਨ, ਧੀ ਜਿੰਨਣੀ। ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿੰਨਾਂ ਦਾ ਸਿਕਦਾਰ। ਤੇ ਕਹਿੰਦੇ ਜਿਹਨੇ ਧੀ ਪੁੱਤਰ ਨੂੰ ਜਨਮ ਦਿੱਤਾ, ਮਾਂ ਸਾਰਿਆਂ ਨਾਲੋਂ ਵੱਡੀ ਜਿੰਨਣੀ, ਸਰਦਾਰ ਨਹੀਂ ਬਣ ਗਈ। ਕਿਉਂਕਿ ਉਹਨੇ ਨਾ ਆਪ ਬਾਣੀ ਪੜ੍ਹੀ, ਨਾ ਆਪ ਅਰਥ ਪੜ੍ਹੇ, ਤੇ ਨਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ। ਇਹ ਗੁਰਬਾਣੀ 'ਚ ਲਿਖਿਆ। ਆਪਾਂ ਪੜ੍ਹਦੇ ਨਹੀਂ ਨਾ, ਤਾਂ ਨਹੀਂ ਸਾਨੂੰ ਕਈ ਵਾਰੀ ਲੱਗੇਗਾ ਵੀ ਗੁਰਬਾਣੀ 'ਚ ਇਹ ਵੀ ਲਿਖਿਆ। ਹਾਂਜੀ ਲਿਖਿਆ ਹੋਇਆ।
ਸਹਿਜ ਪਾਠ ਕਰਾਂਗੇ, ਅਰਥਾਂ ਸਮੇਤ ਬਾਣੀ ਪੜਾਂਗੇ, ਪਤਾ ਲੱਗ ਜਾਏਗਾ, ਲੱਗੇਗਾ ਪਤਾ ਵੀ ਗੁਰਬਾਣੀ ਕੀ ਕਹਿੰਦੀ ਸਾਨੂੰ। ਗੁਰਬਾਣੀ ਕਹਿੰਦੀ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਪੜ੍ਹਦੇ, ਸਮਝਦੇ, ਮੰਨਦੇ, ਉਹ ਜਿੰਨ ਲਗੇ ਫਿਰਦੇ ਆ। ਗੁਰਬਾਣੀ 'ਚ ਲਿਖਿਆ ਹੋਇਆ। ਹੁਣ ਆਪਾਂ ਸਹਿਜ ਪਾਠ ਕਰਾਂਗੇ, ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜਾਏਗਾ। ਤੇ ਆਪਾਂ ਨੂੰ ਚਾਹੀਦਾ ਘਰਾਂ ਵਿੱਚ 6 ਮਹੀਨਿਆਂ 'ਚ ਭਾਵੇਂ ਸਾਲ 'ਚ ਭੋਗ ਪਾਇਆ ਜਾਏ, ਭਾਵੇਂ 2 ਮਹੀਨਿਆਂ 'ਚ ਭੋਗ ਪਾਇਆ, ਸਹਿਜ ਪਾਠ ਕਰੀਏ, ਆਪੋ ਆਪਣੇ ਘਰਾਂ 'ਚ ਪੋਥੀਆਂ ਰੱਖੀਏ। ਪੋਥੀਆਂ ਦੀ ਸੇਵਾ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਹਿਜ ਪਾਠ ਦੀਆਂ ਪੋਥੀ ਸਾਹਿਬ ਲੈਣ ਲਈ ਫ੍ਰੀ ਮੁਫਤ ਪੋਥੀ ਸਾਹਿਬ ਦਿੱਤੀਆਂ ਜਾਂਦੀਆਂ। ਘਰ ਘਰ ਸਹਿਜ ਪਾਠ ਕਰੀਏ ਤਾਂ ਸਾਨੂੰ ਸਭ ਗਿਆਨ ਆ ਜਾਏਗਾ। ਵੱਧ ਤੋਂ ਵੱਧ ਸਹਿਜ ਪਾਠ ਕਰੀਏ, ਗੁਰਬਾਣੀ ਪੜ੍ਹੀਏ, ਸਮਝੀਏ, ਸੇਵਾ ਕਰੀਏ, ਸਿਮਰਨ ਕਰੀਏ, ਤਾਂ ਕਿ ਸਾਨੂੰ ਇਹ ਪਤਾ ਹੋਵੇ ਕਿ ਇੱਥੇ ਸਦਾ ਮੇਰੇ ਨਿਭਣ ਵਾਲਾ ਕੋਈ ਵੀ ਨਹੀਂ ਹੈ। ਜ਼ਮੀਨ ਜਾਇਦਾਦ, ਘਰ, ਗੱਡੀ, ਧੀਆਂ, ਪੁੱਤਰ, ਇਹ ਵੀ ਸਾਥ ਨਿਭਣ ਵਾਲੇ ਨਹੀਂ ਹੈਗੇ। ਸਮਝ ਆ ਜਾਏਗੀ। ਪਰ ਜਦੋਂ ਇਹ ਸਮਝ ਆ ਗਈ, ਫਿਰ ਬੰਦਾ ਭੂਤ ਤੋਂ ਦੇਵਤਾ ਬਣ ਜਾਂਦਾ, ਜਿੰਨ ਤੋਂ ਦੇਵਤਾ ਬਣ ਜਾਏ। ਕਿੱਦਾਂ? ਗੁਰਬਾਣੀ 'ਚ ਲਿਖਿਆ ਹੋਇਆ, ਪ੍ਰੇਤੁਨ ਕੀਰਤਨ ਦੇਵਤਾ ਤਿਨ ਕਰਨੇ ਹਾਰੇ। ਮਹਾਰਾਜ ਕਹਿੰਦੇ ਆ ਪ੍ਰੇਤ ਤੋਂ ਮੈਨੂੰ ਪ੍ਰੇਤ, ਕਿਉਂਕਿ ਜਿਹੜੀ ਭੈਣ ਦਾ, ਜਿਹੜੀ ਬੀਬੀ ਦਾ ਘਰ ਵਾਲਾ ਸ਼ਰਾਬ ਪੀਂਦਾ, ਉਹਨੂੰ ਪੁੱਛੋ ਭੂਤ ਕੀ ਹੁੰਦਾ। ਉਹ ਕਹਿੰਦੀ ਆ ਗਿਆ ਜਿੰਨ, ਆ ਗਿਆ ਭੂਤ ਸ਼ਰਾਬ ਪੀ ਕੇ। ਹੁਣ ਕੋਈ ਪਤਾ ਨਹੀਂ ਮੇਰੇ ਨਾਲ ਲੜ ਪਏ, ਬੱਚੇ ਕੁੱਟਣ ਲੱਗ ਜੇ, ਕੀ ਕਰਨ। ਐਦੋਂ ਵੱਡਾ ਕੋਈ ਭੂਤ ਹੈ ਹੀ ਨਹੀਂ, ਸਾਡੇ ਸਾਹਮਣੇ ਆ। ਤੇ ਇਹ ਜੇ ਭੂਤ ਨੇ ਬੰਦਾ ਬਣਨਾ, ਜੇ ਭੂਤ ਨੂੰ ਬੰਦਾ ਬਣਾਉਣਾ, ਦੇਵਤਾ ਬਣਾਉਣਾ, ਤਾਂ ਗੁਰਬਾਣੀ ਸਮਝਣੀ ਪੜ੍ਹਨੀ ਪਏਗੀ। ਪ੍ਰੇਤੁਨ ਕੀਰਤਨ ਦੇਵਤਾ ਤਿਨ ਕਰਨਾ ਹਾਰੇ। ਕਹਿੰਦੇ ਫਿਰ ਪਰਮਾਤਮਾ ਜੀ ਉਹਨੂੰ ਪ੍ਰੇਤ ਤੋਂ ਦੇਵਤਾ ਬਣਾ ਦਿੰਦੇ ਨੇ ਗੁਰੂ ਸਾਹਿਬ। ਇਸ ਚੀਜ਼ ਨੂੰ ਸਮਝੀਏ ਅਸੀਂ ਵੀ ਅਸੀਂ ਪ੍ਰੇਤ ਬਣਨਾ ਕਿ ਦੇਵਤੇ ਬਣਨਾ। ਗੁਰਬਾਣੀ ਨੇ ਦੋਵੇਂ ਚੀਜ਼ਾਂ ਬਾਰੇ ਸਾਨੂੰ ਸਮਝਾ ਦਿੱਤਾ ਕਿ ਜਿਹੜਾ ਬੰਦਾ ਮਾੜੇ ਕੰਮ ਕਰਦਾ ਹੈ, ਮਾੜੀ ਸੋਚ ਰੱਖਦਾ ਹੈ, ਉਹ ਤੁਰਦਾ ਫਿਰਦਾ ਜਿਉਂਦਾ ਜੀ ਭੂਤ ਹੈ। ਕਈ ਕਹਿੰਦੇ ਭੂਤ ਰਾਤ ਨੂੰ ਜਾਂ ਫਲਾਣੀ ਥਾਂ ਵੇਖੇ, ਉਹ ਭਾਈ ਭੂਤ ਕਿਤੇ ਦੂਰ ਤਾਂ ਹੈ ਹੀ ਨਹੀਂ। ਗੁਰਬਾਣੀ ਮੁਤਾਬਕ ਤਾਂ ਜਿਹੜਾ ਗੁਰਬਾਣੀ ਦੀ ਗੱਲ ਨਹੀਂ ਮੰਨਦਾ ਉਹ ਭੂਤ ਹੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਹੀਂ ਮੰਨਦਾ ਉਹ ਭੂਤ ਲਗਾ ਫਿਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣ ਦਾ ਮੀਨਿੰਗ, ਜਿਹੜਾ ਚੰਗੇ ਕੰਮ ਨਹੀਂ ਕਰ ਰਿਹਾ, ਇਮਾਨਦਾਰੀ ਨਹੀਂ, ਦਇਆ ਨਹੀਂ, ਧਰਮ ਨਹੀਂ ਹੈ ਜਿਹਦੇ ਅੰਦਰ, ਉਹ ਭੂਤ ਹੀ ਹੈ ਭਾਈ। ਦੇਖੋ ਗੁਰਬਾਣੀ ਕਿੰਨੀਆਂ ਕਮਾਲ ਦੀਆਂ ਗੱਲਾਂ ਨੇ, ਜਿਹੜੀਆਂ ਵਿਚਾਰਾਂ ਨੇ। ਜੇ ਅਸੀਂ ਪੜ੍ਹ ਲਾਂਗੇ ਨਾ, ਅਸੀਂ ਸੋਚ ਵੀ ਨਹੀਂ ਸਕਦੇ ਕਿ ਗੁਰਬਾਣੀ ਨੂੰ ਪੜ੍ਹਨ ਨਾਲ ਸਾਡੀ ਜ਼ਿੰਦਗੀ ਵਿੱਚ ਕਿੰਨਾ ਬਦਲਾਵ ਆ ਜਾਏਗਾ। ਅਸੀਂ ਜ਼ਿੰਦਗੀ 'ਚ ਨਹੀਂ ਸੋਚਿਆ ਹੋਣਾ, ਪਰ ਪੜ੍ਹੀਏ ਤਾਂ। ਅਸੀਂ ਵਾਰ-ਵਾਰ ਕਿਉਂ ਕਹਿੰਦੇ ਆ, ਭਾਈ ਸਾਹਿਬ ਵੀ ਬੇਨਤੀ ਕਰਦੇ ਆ ਕਿ ਬਾਣੀ ਅਰਥਾਂ ਸਮੇਤ ਪੜ੍ਹੋ, ਬਾਣੀ ਸਮਝੋ। ਤੁਹਾਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ, ਗੁਰਬਾਣੀ ਸਾਡਾ ਭਲਾ ਚਾਹੁੰਦੀ ਹੈ। ਤੇ ਮੈਂ ਵੀ ਅੱਜ ਤੁਹਾਨੂੰ ਜੋ ਵਿਚਾਰ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਵਣ ਕਰਾ ਰਹੇ ਹਾਂ, ਭਲੇ ਦੀ ਗੱਲ ਕਰ ਰਹੇ ਹਾਂ। ਫਿਰ ਅਸੀਂ ਭਲਾ ਕਰਾਉਣਾ ਨਹੀਂ ਚਾਹੁੰਦੇ ਜਾਂ ਤਾਂ, ਪਰ ਗੁਰੂ ਸਾਹਿਬ ਸਾਡਾ ਭਲਾ ਕਰ ਰਹੇ ਨੇ, ਕਰਨਾ ਚਾਹੁੰਦੇ ਆ। ਗੁਰਬਾਣੀ ਦਾ ਜਿਹੜਾ ਪ੍ਰਚਾਰ ਹੈ, ਜੋ ਗੁਰਬਾਣੀ ਦਾ ਕੀਰਤਨ, ਪਾਠ, ਉਹ ਤਾਂ ਚੱਲਦਾ ਰਹਿਣਾ ਹੈ। ਮੰਨਣਾ ਨਾ ਮੰਨਣਾ ਸਾਡੇ ਤੇ ਡਿਪੈਂਡ ਕਰਦਾ। ਇਹ ਸਾਰੀਆਂ ਭਲੇ ਵਾਲੀਆਂ ਗੱਲਾਂ ਭਾਈ, ਅਸੀਂ ਆਪਣਾ ਭਲਾ ਕਰੀਏ। ਇਹਦਾ ਮਤਲਬ ਅਸੀਂ ਆਪਣਾ ਬੁਰਾ ਬਣਾਈ ਬੈਠੇ ਹਾਂ। ਜੇ ਗੁਰੂ ਸਾਹਿਬ ਕਹਿੰਦੇ ਬੰਦਿਆ ਆਪਣੇ ਆਪ ਬਾਰੇ ਸੋਚ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਆਪ ਦੀ ਪਹਿਚਾਣ ਕਰ ਬੰਦਿਆ। ਇਹਨਾਂ ਮੰਨ ਲਓ ਕਿ ਅਸੀਂ ਪਹਿਚਾਣ ਨਹੀਂ ਕਰ ਰਹੇ, ਅਸੀਂ ਲੋਕਾਂ ਦੀਆਂ ਪਹਿਚਾਨਾਂ ਤਾਂ ਬਹੁਤ ਕਰਦੇ ਹਾਂ। ਫਲਾਣਾ ਗਲਤ, ਫਲਾਣਾ ਇੰਜ, ਫਲਾਣਾ ਇੰਜ। ਇਹਨਾਂ ਨਹੀਂ ਪਤਾ ਮੈਂ ਤਾਂ ਉਹਦੇ ਨਾਲੋਂ ਵੀ ਬਹੁਤ ਗਲਤ ਬੰਦਾ ਹੈਗਾ, ਮੈਂ ਤਾਂ ਆਪ ਬਹੁਤ ਮਾੜਾ ਬੰਦਾ ਹੈਗਾ। ਆਪਣਾ ਮੂਲ ਪਛਾਣ ਬੰਦਾ ਆਪਣੇ ਆਪ ਦੀ ਪਛਾਣ ਹੀ ਨਹੀਂ ਕਰਦਾ। ਦੁਸ਼ਟ ਦੂਤ ਪਰਮੇਸ਼ਰ ਮਾਰੇ। ਫਿਰ ਗੁਰੂ ਸਾਹਿਬ ਸਾਡੇ ਅੰਦਰੋਂ ਬੁਰਾਈਆਂ ਕੱਢ ਦਿੰਦੇ ਆ, ਮਾੜੇ ਕੰਮ। ਦੂਤ ਦੁਸ਼ਟ, ਜਿਹੜਾ ਭੂਤ ਪ੍ਰੇਤ ਸਾਡੇ ਅੰਦਰ ਮਾੜੀਆਂ ਬਿਰਤੀਆਂ, ਮਾੜੀ ਸੋਚ ਵੜੀ ਹੋਈ ਹੈ, ਭੂਤ ਹੀ ਹੈ।
ਪਰਮੇਸ਼ਰ ਮਾਰੇ ਤੇ ਪਰਮੇਸ਼ਰ ਜੀ ਸਾਡੀ ਜਿਹੜੀ ਹੈ ਇਹਨਾਂ ਨੂੰ ਖਤਮ ਕਰ ਦੇ। ਜਨ ਕੀ ਪੈਜ ਰੱਖੀ ਕਰਤਾਰੇ, ਉਸ ਜਨ ਦੀ ਪੈਜ ਪ੍ਰਮਾਤਮਾ ਰੱਖਦਾ ਹੈ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਕਹਿੰਦੇ ਉਹ ਫਿਰ ਕਿਸੇ ਬਾਦਸ਼ਾਹ ਦਾ ਮੁਥਾਜ ਨਹੀਂ ਰਹਿੰਦਾ। ਅੰਮ੍ਰਿਤ ਨਾਮ ਮਹਾਰਸ ਪੀਨੇ, ਕਿਉਂਕਿ ਉਹਨੇ ਅੰਮ੍ਰਿਤ ਨਾਮ ਮਹਾਰਸ ਪੀਨੇ, ਸਾਰਿਆਂ ਨਾਲੋਂ ਵੱਡਾ ਜਿਹੜਾ ਰਸ ਹੈ ਉਹ ਪੀ ਲਿਆ। ਅੰਮ੍ਰਿਤ ਨਾਮ, ਅੰਮ੍ਰਿਤ ਨਾਮ ਦਾ ਮੀਨਿੰਗ ਕੀ ਹੈ? ਚੰਗੀਆਂ ਵਿਚਾਰਾਂ, ਚੰਗੀ ਸੋਚ, ਆਤਮਿਕ ਜੀਵਨ, ਇਹ ਅੰਮ੍ਰਿਤ ਹੈ। ਇੱਕ ਅੰਮ੍ਰਿਤ ਛਕਦੇ ਆਪਾਂ ਪੰਜਾਂ ਪਿਆਰਿਆਂ ਤੋਂ, ਜੋ ਸਾਡੀ ਮਰਿਆਦਾ, ਛਕਣਾ ਵੀ ਚਾਹੀਦਾ। ਮੈਂ ਨਾਲ ਇਹ ਵੀ ਬੇਨਤੀ ਕਰ ਰਿਹਾ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਮਨ ਬਣਾ ਕੇ ਗੁਰਮਤਿ ਤੇ ਪਹਿਰਾ ਦੇ ਕੇ ਰਹਿਤ ਪਹਿਲਾਂ ਵਿੱਚ ਪੱਕੇ ਹੋ ਕੇ ਅੰਮ੍ਰਿਤ ਛਕਣਾ ਚਾਹੀਦਾ, ਗੁਰੂ ਦੇ ਲੜ ਲੱਗਣਾ ਚਾਹੀਦਾ। ਉਹਦੇ ਵਿੱਚ ਇੱਕ ਖਾਸ ਧਿਆਨ ਰੱਖਣ ਵਾਲੀ ਸਾਧ ਸੰਗਤ ਜੀ ਇੱਕ ਹੋਰ ਬੇਨਤੀ ਹੈ ਕਿ ਅਸੀਂ ਅੰਮ੍ਰਿਤ ਪਹਿਲਾਂ ਗੁਰਬਾਣੀ ਵਾਲਾ ਛਕੀਏ। ਉਹ ਕਿਹੜਾ? ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਉਹ ਪੀਏ ਪਹਿਲਾਂ। ਅੰਮ੍ਰਿਤ ਨਾਮ ਕੀ ਹੈ, ਕਿਵੇਂ ਪੀਏ? ਇੱਕ ਤਾਂ ਹੁੰਦਾ ਵੀ ਅਸੀਂ ਅੰਮ੍ਰਿਤ ਛਕ ਲਿਆ, ਖੰਡੇ ਬਾਟੇ ਦਾ ਅੰਮ੍ਰਿਤ 2-3 ਘੰਟਿਆਂ ਵਿੱਚ ਛਕ ਕੇ ਆ ਗਏ। ਨਹੀਂ ਭਾਈ, ਇਹ ਜਿਹੜਾ ਅੰਮ੍ਰਿਤ ਹੈ ਇਹ ਰੋਜ਼ ਛਕਣਾ ਪੈਣਾ, ਇਹ ਰੋਜ਼ ਛਕਣਾ ਪੈਣਾ। ਜਿੱਦਣ ਨਾ ਛਕਿਆ ਉਦਣ ਕੋਈ ਨਾ ਕੋਈ ਦਿਮਾਗ 'ਚ ਗਲਤ ਗੱਲ ਆ ਜਾਣੀ ਤੇ ਤੂੰ ਗਲਤ ਬੰਦਿਆ ਹੋ ਜਾਣਾ। ਅੰਮ੍ਰਿਤ ਨਾਮ ਸਦਾ ਨਿਤ ਪੁੰਚੋ, ਸਦਾ ਹੀ ਇਹਨੂੰ, ਹਮੇਸ਼ਾ ਹੀ ਇਹਨੂੰ ਛਕਣਾ, ਪੀਣਾ, ਲੈਣਾ। ਅੰਮ੍ਰਿਤ, ਅੰਮ੍ਰਿਤ ਕੀ ਹੈ? ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਅੰਮ੍ਰਿਤ ਲੂਟੇ, ਚੰਗੀਆਂ ਵਿਚਾਰਾਂ, ਚੰਗੀਆਂ ਗੱਲਾਂ, ਚੰਗੀ ਸੋਚ ਅੰਮ੍ਰਿਤ ਹੈ। ਇਹ ਤੇਰਾ ਅੰਮ੍ਰਿਤ ਹੈ ਜਿਹੜਾ ਤੂੰ ਕਿਸੇ ਨਾਲ 5-10 ਮਿੰਟ ਗੱਲ ਕਰੇ, ਵਿਚਾਰ ਕਰੇ, ਗੱਲਬਾਤ ਕਰੇ ਤਾਂ ਉਹਦਾ ਜੀਵਨ ਸੁਧਰ ਜਾਏ। ਇਹ ਅੰਮ੍ਰਿਤ ਹੈ। ਪਰ ਜੇਕਰ ਤੂੰ ਬਾਹਰੀ ਅੰਮ੍ਰਿਤ ਛਕ ਲਿਆ, 5 ਕਕਾਰ ਪਾ ਲਏ, ਕਿਰਪਾਨ ਪਾ ਲਈ, ਜੋ ਸਾਡੇ 5 ਕਾਰ ਨੇ, ਕੇਸ, ਕੰਘਾ, ਕੜਾ, ਕਿਰਪਾਨ, ਸ਼ਹਿਰਾ, ਤੂੰ ਧਾਰਨ ਕਰ ਲਏ। ਜੇਕਰ ਤੂੰ ਗੁਰਬਾਣੀ ਵਾਲਾ ਅੰਮ੍ਰਿਤ ਨਾ ਬੰਦਿਆ ਛਕਿਆ ਤਾਂ ਤੂੰ ਕਿਤੇ ਨਾ ਕਿਤੇ ਗਲਤ ਕੰਮ ਜ਼ਰੂਰ ਕਰੇਗਾ। ਅੰਮ੍ਰਿਤ ਛਕ ਕੇ ਮਾੜੇ ਕੰਮ ਫਿਰ ਕਰੇਗਾ। ਫਿਰ ਲੋਕ ਕੀ ਕਹਿੰਦੇ ਆ, ਅੰਮ੍ਰਿਤ ਛਕ ਕੇ ਫਲਾਣਾ ਬੰਦਾ ਆਹ ਕੰਮ ਕਰਦਾ ਮੈਂ ਦੇਖਿਆ। ਉਹ ਭਾਈ ਉਹਨੇ ਅੰਮ੍ਰਿਤ ਅਜੇ ਛਕਿਆ ਹੀ ਨਹੀਂ। ਤੁਸੀਂ ਕਹੋਗੇ ਉਹਨੇ ਅੰਮ੍ਰਿਤ ਨਹੀਂ ਛਕਿਆ, ਉਹਨੇ ਤਾਂ ਕਿਰਪਾਨ ਪਾਈ ਹੋਈ ਹੈ, ਉਹਨੇ ਤੇ ਅੰਮ੍ਰਿਤ ਛਕਿਆ, ਮੈਨੂੰ ਪਤਾ ਹੈ। ਹਾਂਜੀ ਛਕਿਆ ਅੰਮ੍ਰਿਤ, ਪਰ ਉਹਨੇ ਗੁਰਬਾਣੀ ਵਾਲਾ ਅੰਮ੍ਰਿਤ ਨਹੀਂ ਛਕਿਆ। ਸਵੇਰੇ ਸ਼ਾਮ ਪਾਠ ਕਰਨਾ, ਨਿਤਨੇਮ ਕਰਨਾ, ਸੇਵਾ ਕਰਨੀ, ਇਹ ਨਹੀਂ ਕੀਤਾ। ਇਹ ਅੰਮ੍ਰਿਤ ਛਕਿਆ ਹੀ ਨਹੀਂ। ਤਾਂ ਕਰਕੇ ਫਿਰ ਇਹ ਗਾਤਰਾ ਪਾ ਕੇ ਅੰਮ੍ਰਿਤ ਛਕ ਕੇ ਆਪਾਂ ਦੇਖਦੇ ਆ ਕਈ ਨਸ਼ਾ ਕਰਦੇ ਆ, ਮਾੜੇ ਕੰਮ ਕਰਦੇ ਨੇ, ਕਰੈਤ ਕਰ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਅਜੇ ਸਮਝ ਹੀ ਨਹੀਂ ਸੀਗੀ। ਪਹਿਲਾਂ ਅਸੀਂ ਸਹਿਜ ਪਾਠ ਕਰੀਏ, ਗੁਰਬਾਣੀ ਨਾਲ ਜੁੜੀਏ, ਫਿਰ ਹੌਲੀ ਹੌਲੀ ਆਪਣੇ ਜੀਵਨ 'ਚ ਸੁਧਾਰ ਲਿਆਈਏ। ਵੀ ਮੈਂ ਕੇਸ ਰੱਖੀਏ, ਪਹਿਲਾਂ ਜੇ ਕੇਸ ਕਟਾਏ ਹੋਏ ਨੇ, ਫਿਰ ਅਸੀਂ ਕਕਾਰ ਦੇਖੀਏ, ਅਸੀਂ ਇਹਨਾਂ ਨੂੰ ਰੱਖ ਕੇ ਪੱਕੇ ਹੋ ਜਾਈਏ। ਪਹਿਲਾਂ ਪਰਪੱਕਤਾ ਗੁਰੂ ਸਾਹਿਬ ਨੇ ਕਿਹਾ ਸੀ ਨਾ, ਅਸੀਂ ਨਾਲ ਕਹਿੰਦੇ ਆ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਰਹਿਤ ਪਿਆਰੀ ਹੈ ਗੁਰੂ ਨੂੰ, ਸਿੱਖ ਨਹੀਂ ਕਿ ਕਹੀਏ ਆਪਾਂ ਕਿ ਬੜਾ ਸੋਹਣਾ ਸਿੱਖ ਤੇ ਰਹਿਤ ਰੱਖੇ ਨਾ। ਨਹੀਂ ਨਹੀਂ ਨਹੀਂ, ਸੋਹਣੇ ਦੀ ਗੱਲ ਨਹੀਂ ਇੱਥੇ। ਸਿੱਖ ਤਾਂ ਪਿਆਰਾ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਮੈਨੂੰ ਤਾਂ ਰਹਿਤ ਪਿਆਰੀ ਹੈ, ਤਾਂ ਸਿੱਖ ਤਾਂ ਆਪੇ ਪਿਆਰਾ ਹੋ ਜਾਣਾ। ਜਦੋਂ ਰਹਿਤ ਸੋਹਣੀ ਹੋਈ, ਬੜੀ ਰਹਿ ਨਹੀਂ ਤਾਂ ਪੱਕਾ ਹੋਇਆ, ਤਾਂ ਸਿੱਖ ਤਾਂ ਆਪੇ ਸੋਹਣਾ ਲੱਗਣ ਲੱਗ ਜਾਣਾ। ਸਾਡੀ ਰਹਿਤ ਇਹੋ ਜਿਹੀ ਹੋਣੀ ਚਾਹੀਦੀ ਹੈ, ਸਾਡੀ ਬੋਲਣ ਸ਼ੈਲੀ ਸਾਡੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਵੀਰ ਭੈਣ ਨਾਲ ਗੱਲ ਕਰੀਏ, ਵਿਚਾਰ ਕਰੀਏ ਤਾਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜ ਦਈਏ। ਇਹ ਸਾਡੇ 'ਚ ਹੋਣਾ ਚਾਹੀਦਾ। ਅੰਮ੍ਰਿਤਮਈ ਵਿਚਾਰਾਂ, ਅੰਮ੍ਰਿਤਮਈ ਜੀਵਨ, ਇਹ ਬਹੁਤ ਘੱਟ ਮਿਲਦਾ। ਅੰਮ੍ਰਿਤ ਤਾਂ ਬਹੁਤਿਆਂ ਨੇ ਛਕਿਆ ਹੋਇਆ, ਪਰ ਅੰਮ੍ਰਿਤਮਈ ਜੀਵਨ ਨਹੀਂ ਹੈਗਾ।
ਘਾਟ ਇਸ ਗੱਲ ਦੀ ਹੈ, ਅੰਮ੍ਰਿਤਮਈ ਵਿਚਾਰਾ ਨਹੀਂ ਹੈ। ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਕਿਸੇ ਨੂੰ ਮੱਥਾ ਟੇਕਣਾ, ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਕਿਸੇ ਨੂੰ ਮੰਨਣਾ, ਇਹ ਅੰਮ੍ਰਿਤ ਨਾ ਛਕੇ ਹੋਏ ਦੀਆਂ ਨਿਸ਼ਾਨੀਆਂ ਨੇ। ਅਜੇ ਕਾਲੀ ਚ ਅੰਮ੍ਰਿਤ ਛਕ ਲਿਆ, ਗੁਰਬਾਣੀ ਬਾਰੇ ਗਿਆਨ ਨਹੀਂ, ਨੌਲੇਜ ਨਹੀਂ ਹੈ, ਫਿਰ ਬੰਦਾ ਗਲਤ ਕੰਮ ਕਰਦਾ। ਅੰਮ੍ਰਿਤ ਛਕ ਕੇ ਆਪਾਂ ਦੇਖਦੇ ਹਾਂ ਕਈ ਵੀਰ ਭੈਣ ਬਹੁਤ ਮਾੜੇ ਕੰਮ ਕਰਨ ਲੱਗ ਜਾਂਦੇ ਆ। ਆਪਾਂ ਆਮ ਵੀਡੀਓ ਦੇਖਦੇ ਹਾਂ। ਇਹ ਨਹੀਂ, ਇਹਨਾਂ ਨੇ ਅੰਮ੍ਰਿਤ ਹਜੇ ਛਕਿਆ ਨਹੀਂ, ਇਹਨਾਂ ਨੂੰ ਸਮਝ ਨਹੀਂ ਹੈ ਅੰਮ੍ਰਿਤ ਦੀ। ਆਪਾਂ ਕਹਿੰਦੇ ਆ ਫਲਾਣੇ ਦਾ ਅੰਮ੍ਰਿਤ ਟੁੱਟ ਗਿਆ। ਅੰਮ੍ਰਿਤ ਟੁੱਟਦਾ ਨਹੀਂ ਭਾਈ, ਅੰਮ੍ਰਿਤ ਕੋਈ ਛੋਟੀ ਚੀਜ਼ ਨਹੀਂ ਹੈ। ਅੰਮ੍ਰਿਤ ਟੁੱਟਦਾ, ਬੰਦਾ ਟੁੱਟ ਗਿਆ ਅੰਮ੍ਰਿਤ ਨਾਲ, ਅਸੀਂ ਟੁੱਟ ਗਏ। ਅੰਮ੍ਰਿਤ ਟੁੱਟਣ ਵਾਲੀ ਚੀਜ਼ ਨਹੀਂ, ਸਮਝੋ। ਆਮ ਕਰਕੇ ਆਪਾਂ ਸਮਾਜ ਵਿੱਚ ਸੁਣਦੇ ਆ ਕਿ ਅੰਮ੍ਰਿਤ ਟੁੱਟ ਗਿਆ, ਅੰਮ੍ਰਿਤ ਭੰਗ ਹੋ ਗਿਆ। ਨਹੀਂ ਭਾਈ, ਅੰਮ੍ਰਿਤ ਟੁੱਟਣ ਵਾਲੀ ਚੀਜ਼ ਨਹੀਂ, ਏਡੀ ਛੋਟੀ ਚੀਜ਼ ਥੋੜਾ ਅੰਮ੍ਰਿਤ। ਅੰਮ੍ਰਿਤ ਤਾਂ ਟੁੱਟਿਆਂ ਨੂੰ ਜੋੜਦੀ, ਜੇ ਅੰਮ੍ਰਿਤ ਹੀ ਟੁੱਟ ਗਿਆ ਤੇ ਅੰਮ੍ਰਿਤ ਹੀ ਕਾਹਦਾ ਹੈ। ਸੋਚੋ, ਹਰੇਕ ਗੱਲ ਕਰਨ ਲੱਗੇ ਅਸੀਂ ਸੋਚੀਏ ਕਰੀਏ ਕਿ ਅਸੀਂ ਜਿਹੜਾ ਬੋਲ ਰਹੇ ਆ ਉਹ ਗੱਲ ਕਿਵੇਂ ਹੈ। ਅਸੀਂ ਗਲਤ ਤਾਂ ਨਹੀਂ ਕਿਤੇ ਕਰ ਰਹੇ, ਸਹੀ ਕਰਨ ਦੀ ਜਗ੍ਹਾ ਤੇ। ਅੰਮ੍ਰਿਤ ਟੁੱਟ ਗਿਆ, ਫਿਰ ਤਾਂ ਅੰਮ੍ਰਿਤ ਤਾਂ ਬਹੁਤ ਛੋਟੀ ਜਿਹੀ ਚੀਜ਼ ਹੋਈ, ਨਿੱਕੀ ਜਿਹੀ ਚੀਜ਼ ਹੋਈ। ਅੰਮ੍ਰਿਤ ਨਹੀਂ ਟੁੱਟ ਗਿਆ, ਇਹ ਬੰਦਾ ਟੁੱਟਦਾ ਭਾਈ। ਅੰਮ੍ਰਿਤ ਤਾਂ ਟੁੱਟਿਆਂ ਨੂੰ ਜੋੜਦਾ ਹੈ। ਬਸ ਸਮਝਿਓ, ਲੌਜਿਕ ਨਾਲ ਸਮਝੀ ਦੀ ਹਰੇਕ ਗੱਲ, ਕਿਉਂਕਿ ਗੁਰਬਾਣੀ ਸਾਨੂੰ ਤੱਤ ਨਾਲ ਜੋੜਦੀ ਹੈ। ਸੋ ਸਿਆਣੇ ਬਣੀਏ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਮੰਨੀਏ। ਨਿਰਭਉ ਹੋਏ ਭਜੋ ਭਗਵਾਨ। ਕਹਿੰਦੇ ਜਦੋਂ ਪਰਮਾਤਮਾ ਨੂੰ ਬੰਦਾ ਸਿਮਰਦਾ ਹੈ, ਧਿਆਉਂਦਾ ਹੈ, ਤੇ ਉਹਦੇ ਉੱਤੇ ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ, ਤੇ ਨਿਡਰ ਹੋ ਕੇ ਉਹ ਸਾਧ ਸੰਗਤ ਵਿੱਚ ਰਲ ਕੇ ਨਾਮ ਸਿਮਰਦਾ ਹੈ। ਨਿਰਭਉ ਹੋਏ ਭਜੋ ਭਗਵਾਨ। ਸਾਧ ਸੰਗਤ ਮਿਲ ਕੀਨੋ ਦਾਨ। ਸਾਧ ਸੰਗਤ ਕਰਿਆ ਕਰ ਬੰਦਿਆ, ਸਾਧ ਸੰਗਤ ਵਿੱਚ ਮਿਲ ਬੈਠਿਆ ਕਰ, ਸਾਧ ਸੰਗਤ ਕੀ ਗੁਰੂ ਦੀ ਸੰਗਤ ਕਰਿਆ ਕਰ। ਗੁਰਬਾਣੀ ਦਾ ਸਹਿਜ ਪਾਠ, ਮੈਂ ਜਿਵੇਂ ਪਹਿਲਾਂ ਬੇਨਤੀ ਕਰ ਰਿਹਾ, ਸਹਿਜ ਪਾਠ ਕਰਿਆ ਕਰ। ਅਰਥਾਂ ਸਮੇਤ ਬਾਣੀ ਪੜ੍ਹਨ ਦਾ ਯਤਨ ਕਰ। ਅੱਜ ਕੱਲ੍ਹ ਤਾਂ ਫੋਨਾਂ ਵਿੱਚ ਸਾਰਾ ਆ ਗਿਆ ਕਿ ਫੋਨ ਦੇ ਵਿੱਚ ਜੇਕਰ ਆਈ ਗ੍ਰੰਥ ਇੱਕ ਐਪ ਹੈ, ਅਸੀਂ ਉਹ ਲੋਡ ਕੀਤੀ ਹੋਈ ਆਈ ਗ੍ਰੰਥ, ਤਾਂ ਉਹਦੇ ਵਿੱਚ ਅਸੀਂ ਅਰਥ ਵੀ ਪੜ੍ਹ ਸਕਦੇ ਹਾਂ ਨਾਲ, ਜਿੱਥੇ ਮਰਜ਼ੀ ਬੈਠੇ ਹੋਈਏ। ਜਿਵੇਂ ਅੱਜ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਅਸੀਂ ਘਰ ਬਹਿ ਕੇ ਦੇਖ ਸਕਦੇ ਹਾਂ ਵੀ ਅੱਜ ਸ਼ਬਦ ਦੀ ਵਿਚਾਰ ਕੀ ਚੱਲ ਰਹੀ ਹੈ, ਸਾਨੂੰ ਗੁਰੂ ਸਾਹਿਬ ਕੀ ਸਮਝਾਉਣਾ ਚਾਹੁੰਦੇ ਹਨ। ਬੜਾ ਸੌਖਾ ਤਰੀਕਾ, ਕਿਤੇ ਵੀ ਬੈਠੇ ਹੋਈਏ, ਅਸੀਂ ਬੱਸ 'ਚ ਬੈਠੇ ਹਾਂ, ਟ੍ਰੇਨ 'ਚ ਬੈਠੇ ਹਾਂ, ਕਿਤੇ ਅਸੀਂ ਜਹਾਜ਼ 'ਚ ਬੈਠੇ ਹੋਏ ਹਾਂ, ਤਾਂ ਬੜਾ ਸੌਖਾ ਤਰੀਕਾ ਹੈ ਗੁਰਬਾਣੀ ਨਾਲ ਜੁੜਨ ਦਾ, ਗੁਰਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ। ਤੇ ਪਰ ਅਸੀਂ ਜਿਵੇਂ ਕਹਿੰਦੇ ਹੁੰਦੇ ਆ ਕਿ ਜਿੰਨਾ ਮਰਜ਼ੀ ਸਮਝਾ ਲਓ, ਜਿੰਨੇ ਨਹੀਂ ਸੁਧਰਨਾ ਤੇ ਉਹਨੇ ਨਹੀਂ ਸੁਧਰਨਾ। ਜਿੰਨੇ ਸੁਧਰਨਾ ਹੈ, ਕਿਣਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨ ਆਵੈ। ਜਿੰਨੇ ਭਾਈ ਚੰਗੇ ਬੰਨੇ ਲੱਗਣਾ ਹੈ, ਉਹਨੇ 5-10 ਮਿੰਟ ਇੱਕ ਕਿਣਕਾ ਏਕ ਜਿਸ ਜੀ ਬਸਾਵੈ, ਜਿਹਦੇ ਅੰਦਰ ਕਿਣਕਾ ਜਿੰਨਾ ਥੋੜਾ ਕੁ ਇੱਕ ਕਿਣਕਾ ਏਕ ਜੀ ਵਸਾਵੈ, ਪਰਮਾਤਮਾ ਦੇ ਨਾਮ ਦਾ ਕਿਣਕਾ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਫਿਰ ਜੁੜ ਗਿਆ ਤਾਂ ਉਹ ਟੁੱਟ ਨਹੀਂ ਸਕਦਾ। ਹੁਣ ਹੌਲੀ ਹੌਲੀ ਉਹ ਫਿਰ ਗੁਰਬਾਣੀ ਨੂੰ ਹੋਰ ਸਮਝ ਕੇ ਗੁਰੂ ਨਾਲ ਪੱਕਾ ਜੁੜਿਆ ਰਹੇਗਾ। ਸ਼ਰਨਾ ਪਰੇ ਪ੍ਰਭ ਅੰਤਰਜਾਮੀ। हे ਅੰਤਰਜਾਮੀ ਪ੍ਰਭੂ, ਮੈਂ ਤੇਰੀ ਸ਼ਰਨ ਪਿਆ ਹਾਂ, ਮੈਂ ਤੇਰੀ ਸ਼ਰਨ ਆ ਗਿਆ। ਮੈਨੂੰ ਸਾਰਾ ਪਤਾ ਲੱਗ ਗਿਆ ਕਿ ਕਿਹੜੇ ਮਾੜੇ ਕੰਮ ਨੇ, ਕਿਹੜੇ ਗਲਤ ਕੰਮ ਨੇ। ਬੰਦਾ ਮਾੜੇ ਕੰਮ ਕਰਦਾ ਤੇ ਭੂਤ ਬਣ ਜਾਂਦਾ ਹੈ, ਚੰਗੇ ਕੰਮ ਕਰਦਾ ਤੇ ਦੇਵਤਾ ਬਣ ਜਾਂਦਾ ਹੈ। ਮੈਨੂੰ ਸਮਝ ਲੱਗ ਗਈ, ਮੈਂ ਹੁਣ ਤੁਹਾਡੀ ਸ਼ਰਨ ਆ ਗਿਆ। ਸ਼ਰਨ ਦਾ ਮਤਲਬ ਮੈਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹੋ ਗਿਆ।
मैं तुहाडे नाल प्रॉमिस करदा कि मैं हुण गलत काम छड्डांगा। नानक ओट पकरी प्रभ स्वामी। ते हुण हे नानक ओट पकरी, पकरी का मतलब पकड़ी। कहते हे नानक प्रभु के दर ते अरदास करते आख, हे अंतरजामी प्रभु तेरी शरण पिया हाँ, मैं तेरा आसरा लिया है, मैनू अपने नाम की दात बख्श। हुण मैं तुहाडे दर ते आ गया, हुण मैं तुहाडा सेवक हो गया। तुमरी शरण तुम्हारी आसा, तुम ही सज्जन सुहेले, राखो राखण हार दयाला, नानक घर के गोले। कहते मैं तुहाडी शरण आ गया, तुमरी शरण तुम्हारी आसा, मैनू तुहाडा ही हुण आसरा है। तुम ही सज्जन सुहेले, तुसी मेरे सज्जनो, राखो राखण हार दयाला, तुसी साडी रखिया करदे हो, दयालो राखो राखण हार दयाला, नानक घर के गोले। ते असीं तुहाडे घर दे गोले आ, सेवकां गुलाम आ। इन्नियां को बेनतियां प्रवान करना, विचारां गुरु दियां भुल्लां मेरियां। जे गल चंगी लगी हो तो अपने पल्ले नाल बन के हिरदे च वसा के यतन करना कि असीं गुरमत दे धारनी हो के सिख कौम सिख पंथ विच कुछ हिस्सा पा सकीए, कुछ सेवा कर सकीए। बहुत सोहना उपराला गुरुद्वारा प्रबंधक कमेटी वालों जिहड़ा कीता जा रहा है कि लड़ीवार शब्द विचार गुरु ग्रंथ साहिब महाराज की लड़ीवार कथा जिहड़ी वो चल रही है, तो सानू वध चढ़ के हाजरियां भरनियां चाहिए, ताकि इस तरह जिहड़े प्रबंधक वीर ने वो उपराले जिहड़े ने इस तरह सोहने उपराले वो करते रहन, ते संगत जिहड़ी वो गुरबाणी नाल जुड़ के अपना जीवन आनंदमई बना सके। आओ अखीरलियां पंक्तियां पढ़ के समाप्ति करिए जी। शरणा परे प्रभु अंतरजामी, नानक ओट पकरी प्रभु स्वामी। शरणा परे प्रभु अंतरजामी, नानक ओट पकरी प्रभु स्वामी। वाहिगुरु जी का खालसा, वाहिगुरु जी की फतेह।